ਅੱਜ 17 ਨੰਬਰ ਪੌੜੀ ਤੋਂ ਪਾਠ ਦੇ ਦਰਸ਼ਨ ਅਸੀਂ ਕਰਨੇ ਹਨ ਜੀ। ਆਓ ਗੁਰਬਾਣੀ ਨਾਲ ਜੁੜੀਏ ਅਤੇ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਜੀ। असंख जप असंख पाओ, असंख पूजा असंख तपताओ। असंख जप असंख भाओ, असंख पूजा असंख तप ताओ। असंख ग्रंथ मुख वेद पाठ, असंख जोग मन रहै उदास। असंख ग्रंथ मुख वेद पाठ, असंख जोग मन रहै उदास। असंख भगत गुण ज्ञान भी, असंख सती असंख दातार। असंख भगत गुण ज्ञान विचार, असंख सती असंख दातार। असंख सूर मोह पक्षसार, असंख मोन लिवलाए तार। असंख सूर मोह पखसार, असंख मौन लिव लाए तार। कुदरत कवण कहाँ विचार, वार्य न जावा एक बार। कुदरत कवण कहाँ विचार, वार्या न जावा एक बार। जो तुद पावै साई पलिकार, तू सदा सलामत निरंकार। जो तुद भावै साई भली कार, तू सदा सलामत निरंकार। गुरु प्यार वालिओ, अकाल पुरख परमेश्वर ने एक बार फिर साढ़े सारिਆਂ ਤੇ ਬਖਸ਼ਿਸ਼ ਕੀਤੀ ਹੈ। ਆਪਣੀ ਗੋਦ ਦੇ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਕੀਤਾ ਹੈ। ਆਪ ਜੀ ਨੇ ਹੁਣੇ ਹੀ ਇਹ ਪੌੜੀ ਦਾ ਪਾਠ ਸਰਵਣ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਅਕਾਲ ਪੁਰਖ ਦੀ ਰਚਨਾ ਵਿੱਚ ਅਣਗਿਣਤ ਜੀਵ ਜਪ ਕਰਦੇ ਹਨ ਤੇ ਬੇਅੰਤ ਜੀਵ ਉਹਨਾਂ ਨਾਲ ਪਿਆਰ ਦਾ ਵਰਤਾਓ ਵੀ ਜਿਹੜਾ ਹੈ ਉਹ ਕਰਦੇ ਨੇ। ਇਹ ਪਹਿਲੇ ਦੋ ਸ਼ਬਦ ਪੜ੍ਹ ਕੇ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਅਸੰਖ ਜਪ ਅਸੰਖ ਭਾਉ। ਗੱਲ ਕੀ ਹੈ ਕਿ ਪ੍ਰਭੂ ਨੇ, ਉਸ ਮਾਲਕ ਨੇ, ਕਰਤਾ ਪੁਰਖ ਨੇ ਜਿਹੜਾ ਹੈ ਇਹ ਸ੍ਰਿਸ਼ਟੀ ਜੋ ਸਾਜੀ ਹੈ ਨਾ, ਇਹ ਜਗਤ ਜੋ ਸਾਜਿਆ ਹੈਗਾ, ਇਹਦੀ ਸਿਰਜਣਾ ਕੀਤੀ ਹੈ ਉਸ ਮਾਲਕ ਨੇ। ਤੇ ਇਹਦੇ ਵਿੱਚ ਤੁਸੀਂ ਝਾਤ ਮਾਰ ਕੇ ਵੇਖੋ, ਇਸ ਸ੍ਰਿਸ਼ਟੀ ਦੇ ਵਿੱਚ ਪ੍ਰਭੂ ਦੀ ਸਾਰੀ ਕੁਦਰਤ ਦਾ ਅੰਤ ਲੱਭਣਾ ਜਿਹੜਾ ਹੈ ਉਹ ਤਾਂ ਕਿਤੇ ਰਿਹਾ, ਉਹਦਾ ਪਾਰਾਵਾਰ ਤਾਂ ਕੋਈ ਹੈ ਨਹੀਂ ਹੈ। ਜਗਤ ਵਿੱਚ ਜੇ ਤੁਸੀਂ ਸਿਰਫ ਤੋਂ ਸਿਰਫ ਉਹਨਾਂ ਬੰਦਿਆਂ ਦੀ ਹੀ ਗਿਣਤੀ ਕਰਨ ਲੱਗੋ ਜੋ ਕੇਵਲ ਜਪ ਕਰ ਰਹੇ ਨੇ, ਜੋ ਕੇਵਲ ਤਪ ਕਰ ਰਹੇ ਨੇ, ਪੂਜਾ ਕਰ ਰਹੇ ਨੇ, ਭਾਵ ਆਪਾਂ ਇੱਕ ਸ਼ਬਦ ਵਰਤ ਲਈਏ ਵੀ ਧਾਰਮਿਕ ਕੰਮ ਜਿਹੜਾ ਉਹ ਕਰ ਰਹੇ ਨੇ, ਭਾਵੇਂ ਉਹ ਧਰਮ ਗ੍ਰੰਥਾਂ ਦਾ ਪਾਠ ਹੋਵੇ, ਭਾਵੇਂ ਉਹ ਯੋਗ ਦੀਆਂ ਸਮਾਧੀਆਂ ਲਾਉਣ ਹੋਣ, ਇਤਿਆਦਿਕ ਕੰਮ ਕਰਨ ਵਾਲੇ, ਇਹਨਾਂ ਦਾ ਲੇਖਾ ਹੀ ਨਹੀਂ ਲਿਖਿਆ ਜਾ ਸਕਦਾ, ਇਹਨਾਂ ਦੀ ਹੀ ਗਿਣਤੀ ਨਹੀਂ ਕੀਤੀ ਜਾ ਸਕਦੀ। ਭਾਵ ਉਸ ਮਾਲਕ ਨੇ ਅਣਗਿਣਤ ਧਰਮੀ ਬੰਦੇ ਵੀ ਜਿਹੜਾ ਹੈ ਇਸ ਸੰਸਾਰ ਵਿੱਚ ਪੈਦਾ ਕੀਤੇ ਨੇ। ਨਹੀਂ ਨਹੀਂ ਨਹੀਂ, ਇੱਥੇ ਹੀ ਬਸ ਨਹੀਂ, ਅਗਲੀ ਪੌੜੀ ਦੇ ਵਿੱਚ ਜਿਹੜਾ ਹੈ ਗੁਰਦੇਵ ਕਹਿੰਦੇ ਨੇ ਜਿੱਥੇ ਅਣਗਿਣਤ ਧਰਮੀ ਨੇ ਉੱਥੇ ਅਣਗਿਣਤੀ ਅਧਰਮੀ ਨੇ। ਉਸ ਮੇਰੇ ਮਾਲਕ ਨੇ ਇਸ ਤਰ੍ਹਾਂ ਇਸ ਸ੍ਰਿਸ਼ਟੀ ਨੂੰ, ਇਸ ਦੁਨੀਆ ਨੂੰ ਸਾਜਿਆ ਹੈ ਕਿ ਗੁਰਦੇਵ ਪਾਤਸ਼ਾਹ ਜ਼ਿਕਰ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿ ਤੂੰ ਕਰਤਾ ਪੁਰਖ ਅਗੰਮ ਹੈ, ਆਪ ਸ੍ਰਿਸ਼ਟ ਉਪਾਤੀ, ਰੰਗ ਪਰੰਗ ਉਪਾਰਜਨਾ, ਬਹੁ ਬਹੁ ਵਿਦ ਭਾਂਤੀ। ਤੂੰ ਇਸ ਸ੍ਰਿਸ਼ਟੀ ਨੂੰ ਬੜੀ ਬੜੀ ਭਾਂਤ ਦੇ ਤਰੀਕਿਆਂ ਦੇ ਜਿਹੜਾ ਜੀਵ ਇੱਥੇ ਤੂੰ ਪੈਦਾ ਕੀਤੇ ਨੇ। ਕੋਈ ਕਿਸ ਤਰ੍ਹਾਂ ਦਾ ਪੈਦਾ ਕੀਤਾ ਹੈ, ਕੋਈ ਕਿਵੇਂ ਦਾ ਪੈਦਾ ਕੀਤਾ ਹੈ। ਅਸੀਂ ਆਪਣੇ ਆਲੇ ਦੁਆਲੇ ਹੀ ਦੇਖਦੇ ਹੈਗੇ ਆ। ਆਪਣੇ ਆਲੇ ਦੁਆਲੇ ਹੀ ਤੁਹਾਨੂੰ ਕਈ ਜਿਹੜੇ ਨੇ ਨਾਮ ਜਪਣ ਵਾਲੇ ਵੀ ਮਿਲਣਗੇ, ਸਹਿਜ ਪਾਠ ਕਰਨ ਵਾਲੇ ਵੀ ਮਿਲਣਗੇ, ਬੰਦਗੀ ਕਰਨ ਵਾਲੇ ਵੀ ਮਿਲਣਗੇ,
ਤੇ ਕਈ ਚੋਰ ਠੱਗ ਕੁੜਿਆਰ ਉਹ ਵੀ ਜਿਹੜਾ ਕਿਤੇ ਬਾਹਰ ਨਹੀਂ ਵੱਸਦੇ, ਉਹ ਵੀ ਨੇੜੇ ਤੇੜੇ ਹੀ ਵੱਸਦੇ ਨੇ। ਇਹ ਕਰਤੇ ਪੁਰਖ ਦੀ ਰਚਨਾ ਹੈ। ਗੁਰਦੇਵ ਧੰਨ ਗੁਰੂ ਰਾਮਦਾਸ ਮਹਾਰਾਜ ਵੀ ਇਸੇ ਗੱਲ ਦੀ ਗਵਾਹੀ ਦਿੰਦੇ ਨੇ, ਕਹਿਣ ਲੱਗੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਭਈ ਇਹ ਤਾਂ ਕਰਤੇ ਪੁਰਖ ਦੀ ਵਡਿਆਈ ਹੈ। ਉਹ ਮਾਲਕ ਨੇ ਕਿਵੇਂ ਸਾਜੀ ਦੁਨੀਆ, ਕਿਵੇਂ ਧਰਮੀ ਪੈਦਾ ਕੀਤੇ, ਕਿਵੇਂ ਅਧਰਮੀ ਪੈਦਾ ਕੀਤੇ। ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਲੇਖਾ ਪਾਉਣ ਦੀ ਗੱਲ ਕਰੋ। ਤੀਜੀ ਪੌੜੀ ਜਿਹੜੀ ਆਏਗੀ ਨਾ, ਮੈਂ ਤਿੰਨਾਂ ਪੌੜੀਆਂ ਦੇ ਭਾਵਾਰਥ ਦੀ ਗੱਲ ਕਰ ਰਿਹਾ, ਜਿਹੜੀ ਤੀਜੀ ਪੌੜੀ ਦੇ ਵਿੱਚ ਆਏਗੀ ਨਾ, ਉਹ ਇਹ ਕਹੇਗੀ ਵੀ ਬੰਦਿਆਂ ਤੂੰ ਦੇ ਲੇਖੇ ਜੋਖੇ ਦੇ ਚੱਕਰ ਵਿੱਚ ਨਾ ਪੈ। ਜੋ ਰੱਬ ਨੇ ਕੀਤਾ ਹੈ ਉਹਨੂੰ ਪ੍ਰਵਾਨ ਕਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਸੋ ਗੁਰਦੇਵ ਪਾਤਸ਼ਾਹ ਇਹਦੇ ਵਿੱਚ ਕਹਿ ਰਹੇ ਨੇ ਕਿ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਨਾ ਜਪ ਦੇ ਪੱਪੇ ਨੂੰ ਔਂਕੜ ਹੈ ਤੇ ਨਾ ਹੀ ਤਪ ਦੇ ਪੱਪੇ ਨੂੰ ਔਂਕੜ ਹੈਗੀ ਹੈ। ਅਸੰਖ ਸ਼ਬਦ ਜਿਹੜਾ ਹੈ ਉਹ ਇਹ ਨਾ ਸਮਝਣਾ ਵੀ ਪਰਟੀਕੂਲਰ ਕਿਸੇ ਇੱਕ ਖਾਸ ਗਿਣਤੀ ਵਾਸਤੇ ਹੈਗਾ। ਇਹ ਸ਼ਬਦ ਅਣਗਿਣਤ ਵਾਸਤੇ ਵਰਤਿਆ ਗਿਆ ਹੈਗਾ। ਗੁਰਦੇਵ ਕਹਿੰਦੇ ਨੇ ਅਕਾਲ ਪੁਰਖ ਦੀ ਰਚਨਾ ਵਿੱਚ ਅਣਗਿਣਤ ਹੀ ਜੀਵ ਜਪ ਕਰਦੇ ਨੇ। ਬੇਅੰਤ ਜੀਵ ਉਹਨਾਂ ਨਾਲ ਪਿਆਰ ਦਾ ਵਰਤਾਓ ਵੀ ਕਰ ਰਹੇ ਨੇ ਤੇ ਕਈ ਜੀਵ ਜਿਹੜੇ ਨੇ ਉਹ ਪੂਜਾ ਕਰ ਰਹੇ ਨੇ। ਅਣਗਿਣਤ ਜੀਵ ਤਪ ਸਾਧ ਰਹੇ ਨੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅਸੰਖ ਗ੍ਰੰਥ ਮੁਖ ਵੇਦ ਪਾਠ, ਇਹਨੂੰ ਇਕੱਠਾ ਨਹੀਂ ਪੜ੍ਹਨਾ। ਅਸੰਖ ਗ੍ਰੰਥ, ਅਸੰਖ ਤੇ ਥੋੜ੍ਹਾ ਜਿਹਾ ਰੁਕਣਾ ਹੈ। ਜੋ ਬੀਬਾ ਜੀ ਨੇ ਪਾਠ ਕੀਤਾ ਸੀਗਾ ਉਸੇ ਤਰ੍ਹਾਂ ਅਸੀਂ ਵੀ ਕਰਨਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਬੇਅੰਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਨੇ, ਮੁਖ ਤੋਂ ਉਚਾਰਨ ਕਰ ਰਹੇ ਨੇ, ਬੋਲ ਰਹੇ ਨੇ। ਅਸੰਖ ਜੋਗ ਮਨ ਰਹੇ ਉਦਾਸ। ਪਾਤਸ਼ਾਹ ਕਹਿੰਦੇ ਨੇ ਯੋਗ ਸਾਧਨਾ ਕਰਨ ਵਾਲੇ ਵੀ ਬੇਅੰਤ ਮਨੁੱਖ ਨੇ ਜੋ ਮਨ ਵਿੱਚ ਮਾਇਆ ਵੱਲੋਂ ਉਪਰਾਮ ਰਹਿੰਦੇ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ। ਹੁਣ ਭਗਤ ਦਾ ਤੱਤਾ ਤੁਸੀਂ ਵੇਖ ਲਿਆ, ਵੀਰ ਜੀ ਨੇ ਆਪ ਜੀ ਨੂੰ ਕਈ ਵਾਰ ਦੱਸਿਆ ਹੋਏਗਾ ਕਿ ਭਗਤ ਦੇ ਤੱਤੇ ਨੂੰ ਔਂਕੜ ਇੱਕ ਵਚਨ, ਭਗਤ ਦੇ ਤੱਤੇ ਨੂੰ ਸਿਹਾਰੀ ਭਗਤੀ ਇਸਤਰੀ ਲਿੰਗ ਤੇ ਭਗਤ ਦਾ ਤੱਤਾ ਮੁਕਤਾ, ਬਹੁਤ ਸਾਰੇ ਭਗਤ। ਸੋ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਅਕਾਲ ਪੁਰਖ ਦੀ ਕੁਦਰਤ ਵਿੱਚ ਅਣਗਿਣਤ ਹੀ ਭਗਤ ਹਨ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਬੇਅੰਤ ਭਗਤ ਨੇ। ਗੁਰਦੇਵ ਕਹਿੰਦੇ ਨੇ ਜੋ ਅਕਾਲ ਪੁਰਖ ਦੇ ਗੁਣਾਂ ਤੇ ਗਿਆਨ ਦੀ ਵਿਚਾਰ ਕਰ ਰਹੇ ਨੇ। ਤੇ ਅਨੇਕਾਂ ਹੀ ਇੱਥੇ ਦਾਨੀ ਸੱਜਣ ਵੀ ਨੇ ਜਿਹੜੇ ਦਾਨ ਕਰਦੇ ਨੇ। ਅਨੇਕਾਂ ਹੀ ਦਾਨੀ ਤੇ ਦਾਤੇ ਬਣੇ ਹੋਏ ਵੀ ਨੇ, ਇਹ ਵੀ ਉਸ ਦੀ ਰਚਨਾ ਵਿੱਚ ਹੀ ਨੇ। ਅਸੰਖ ਸੂਰ ਮੋਹ ਪਖ ਸਾਰ, ਅਸੰਖ ਮੌਨ ਲਿਵ ਲਾਏ ਤਾਰ। ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਦੀ ਇਸ ਰਚਨਾ ਦੇ ਵਿੱਚ ਬੇਅੰਤ ਹੀ ਸੂਰ ਦਾ ਅਰਥ ਕੀ ਹੈ? ਸੂਰਮੇ, ਸੂਰਬੀਰ, ਬਹਾਦਰ ਯੋਧੇ ਜੋ ਆਪਣੇ ਮੂੰਹ ਉੱਤੇ ਸਨਮੁਖ ਹੋ ਕੇ ਸ਼ਸਤਰਾਂ ਦੇ ਵਾਰ ਜਿਹੜਾ ਹੈ ਉਹ ਸਹਾਰਦੇ ਨੇ। ਪੱਖ ਸਾਰ, ਵਾਰ ਜੇ ਕੋਈ ਕਰੇ ਤੇ ਉਹਨਾਂ ਨੂੰ ਸਾਰ ਵੀ ਲੈਂਦੇ ਨੇ। ਕਹਿੰਦੇ ਨੇ ਅਨੇਕਾਂ ਹੀ ਮੌਨੀ ਹਨ, ਅਸੰਖ ਮੌਨ ਲਿਵ ਲਾਏ ਤਾਰ, ਜਿਹੜੇ ਲਗਾਤਾਰ ਲਿਵ ਲਾ ਕੇ ਬੈਠੇ ਹੋਏ ਨੇ, ਸਮਾਧੀਆਂ ਲਾ ਕੇ ਬੈਠੇ ਹੋਏ ਨੇ। ਉਹ ਵੀ ਇੱਥੇ ਹੀ ਹੈਗੇ ਆ, ਸੰਸਾਰ ਦੇ ਵਿੱਚ ਨਜ਼ਰ ਆਉਂਦੇ ਨੇ। ਮੇਰੇ ਮਾਲਕ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਮੇਰੀ ਕੀ ਤਾਕਤ ਹੈ ਕਿ ਕਰਤਾਰ ਦੀ ਕੁਦਰਤ ਦੀ ਮੈਂ ਵਿਚਾਰ ਕਰ ਸਕਾਂ। ਮੇਰੇ ਮਾਲਕ ਜੀਓ, ਐ ਨਿਰੰਕਾਰ ਜੀਓ, ਮੈਂ ਤਾਂ ਤੁਹਾਡੇ ਤੋਂ ਇੱਕ ਵਾਰ ਵੀ ਬਲਿਹਾਰ ਜਾਣ ਜੋਗਾ ਨਹੀਂ ਆ। ਪਾਤਸ਼ਾਹ ਕਹਿੰਦੇ ਨੇ ਤੇਰੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲਾ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੁਹਾਨੂੰ ਭਾਉਂਦਾ ਮੈਨੂੰ ਪ੍ਰਵਾਨ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਮੇਰੇ ਮਾਲਕ ਜੀਓ, ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹ ਮੈਨੂੰ ਚੰਗਾ ਲੱਗਦਾ ਹੈ। ਤੇਰੀ ਰਜ਼ਾ ਵਿੱਚ ਰਹਿਣਾ ਹੀ ਮੈਨੂੰ ਇਹੀ ਠੀਕ ਹੈ, ਇਹੀ ਭਾਉਂਦਾ ਹੈਗਾ। ਤੁਸੀਂ ਹਮੇਸ਼ਾ ਅਟਲ ਰਹਿਣ ਵਾਲੇ ਹੋ। ਆਓ ਸਤਿਗੁਰੂ ਪਾਤਸ਼ਾਹ
ਕਿਹਨਾਂ ਕਿਹਨਾਂ ਧਰਮੀਆਂ ਦੀ ਗੱਲ ਕਰ ਰਹੇ ਨੇ ਇਸ ਪੌੜੀ ਦੇ ਵਿੱਚ, ਇਹਨੂੰ ਵਿਸਥਾਰ ਨਾਲ ਸਤਿਕਾਰਯੋਗ ਵੀਰ ਜੀ ਪਾਸੋਂ ਆਪਾਂ ਸਮਝਣ ਦਾ ਯਤਨ ਕਰੀਏ ਜੀ। ਜਦੋਂ ਅਸੀਂ ਦੇਖਦੇ ਹਾਂ ਸੰਸਾਰ ਨੂੰ, ਤੇ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਦੇ ਮਨ ਵਿੱਚ ਚਾਹਨਾ ਹੈ ਕਿ ਅਸੀਂ ਰੱਬ ਜੀ ਨੂੰ ਮਿਲੀਏ, ਪਰ ਰੱਬ ਜੀ ਦੇ ਪ੍ਰਤੀ ਵਿਚਾਰ ਸਾਰੇ ਇੱਕ ਨਹੀਂ ਰੱਖ ਰਹੇ। ਕੋਈ ਕਹਿੰਦਾ ਹੈ ਕਿ ਪੱਛਮ ਦਿਸ਼ਾ ਵਿੱਚ ਰੱਬ ਰਹਿੰਦਾ ਹੈ, ਕੋਈ ਕਹਿੰਦਾ ਨਹੀਂ ਦੱਖਣ ਦਿਸ਼ਾ ਵਿੱਚ ਰਹਿੰਦਾ ਹੈ, ਕੋਈ ਰੱਬ ਨੂੰ ਖੁਸ਼ ਕਰਨ ਵਾਸਤੇ ਆਪਣਾ ਸਿਰ ਢੱਕਦਾ ਹੈ, ਕੋਈ ਸਤਿਕਾਰ ਦੀ ਭਾਵਨਾ ਸਿਰ ਨੂੰ ਨੰਗਾ ਕਰਕੇ ਕਰਦਾ ਹੈ। ਤੁਸੀਂ ਵੇਖੋ, ਜਦੋਂ ਜੱਜ ਦੇ ਕੋਲ ਕੋਈ ਅੰਗਰੇਜ਼ ਅਫਸਰ ਵਗੈਰਾ ਜਾਵੇ ਨਾ, ਉਹ ਟੋਪੀ ਉਤਾਰ ਕੇ ਤੇ ਇੱਥੇ ਰੱਖ ਲੈਂਦਾ ਆਪਣੇ ਕੋਲ ਬਗਲ ਦੇ ਵਿੱਚ, ਉਹ ਸਤਿਕਾਰ ਸਿਰ ਨੰਗਾ ਕਰਕੇ ਕਰ ਰਿਹਾ ਹੈ। ਕੋਈ ਵੇਖੋ ਧਾਰਮਿਕ ਸਥਾਨ 'ਤੇ ਚੱਪਲ ਪਾ ਕੇ ਚਲੇ ਜਾਂਦਾ ਹੈ, ਤੇ ਕੋਈ ਜੋੜੇ ਬਾਹਰ ਉਤਾਰ ਕੇ ਜਾਂਦਾ ਹੈ। ਕੋਈ ਸਮਝਦਾ ਹੈ, ਮੁਸਲਮਾਨ ਵੀਰੇ ਸਮਝਦੇ ਨੇ ਕਿ ਮਰਨ ਤੋਂ ਬਾਅਦ ਜੇ ਬੰਦੇ ਨੂੰ ਦਫਨਾਇਆ ਜਾਏ ਤਾਂ ਮੁਕਤੀ ਹੈ, ਤੇ ਕੋਈ ਕਹਿੰਦਾ ਨਹੀਂ, ਮਰਨ ਤੋਂ ਬਾਅਦ ਜੇ ਬੰਦੇ ਦਾ ਦਾਹ ਸੰਸਕਾਰ ਕੀਤਾ ਜਾਏ, ਅਗਨ ਭੇਟ ਕੀਤਾ ਜਾਏ ਤਾਂ ਮੁਕਤੀ ਹੈ। ਫਰਕ ਹੈ ਨਾ। ਕੋਈ ਤੀਰਥਾਂ 'ਤੇ ਇਸ਼ਨਾਨ ਕਰਨ ਨੂੰ ਬੜਾ ਵੱਡਾ ਪੁੰਨ ਸਮਝਦਾ ਹੈ, ਕਿਸੇ ਦੇ ਮਨ ਵਿੱਚ ਖਿਆਲ ਨਹੀਂ ਵੀ ਨਹਾਉਣ ਦੇ ਨਾਲ ਵੀ ਕੁਝ ਹੋ ਜਾਂਦਾ ਹੈ, ਕਿਉਂਕਿ ਜਿਹੋ ਜਿਹੇ ਹਾਲਾਤਾਂ ਵਿੱਚ ਮਨੁੱਖ ਰਹਿੰਦਾ ਹੈ ਨਾ, ਕੁਝ ਤੇ ਉਹ ਹਾਲਾਤ ਪ੍ਰਭਾਵਿਤ ਕਰਦੇ ਹੈ। ਜਿਹੜੇ ਅਰਬ ਦੇਸ਼ ਨੇ, ਉੱਥੇ ਪਾਣੀ ਕਿੱਥੇ ਹੈ? ਉੱਥੇ ਤੇ ਦੂਰ ਦੂਰ ਤੱਕ ਰੇਤਾ ਹੈ, ਦੂਰ ਦੂਰ ਤੱਕ ਰੇਤਾ ਹੈ। ਜੇ ਪਾਣੀ ਨਹੀਂ ਹੈ, ਰੇਤਾ ਹੈ, ਤਾਂ ਸੋਚੋ ਵੀ ਉੱਥੇ ਪੇੜ ਪੌਦੇ ਹੋਣਗੇ? ਨਹੀਂ ਹੋਣਗੇ। ਉਹ ਤੇ ਕਿਸੇ ਨੂੰ ਸਾੜਨ ਦੀ ਸੋਚਣਗੇ ਹੀ ਨਹੀਂ, ਦਰਖਤ ਪਹਿਲੇ ਹੀ ਘੱਟ ਨੇ। ਪਰ ਜ਼ਮੀਨ ਬਹੁਤ ਜ਼ਿਆਦਾ ਰੇਤਲੀ ਹੈ, ਹਰ ਥਾਂ ਦੇ ਉੱਤੇ ਵਸੋਂ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਉੱਥੇ ਦਫਨਾਉਣ ਦੀ ਸੋਚ ਆਈ ਹੈ, ਦਫਨਾਉਣ ਦੀ ਸੋਚ ਆਈ ਹੈ। ਔਰ ਸਿਆਣਿਆਂ ਨੇ ਧਰਮ ਨਾਲ ਜੋੜ ਦਿੱਤੀ ਗੱਲ, ਤਾਂ ਕਿ ਇਹ ਪੱਕੇ ਰਹਿਣ ਕੇ ਤੇ ਅੱਗ ਲਾਉਣ ਲੱਗ ਪੈਣ ਤੇ ਪਹਿਲੇ ਹੀ ਪੇੜ ਪੌਦੇ ਨਹੀਂ ਹੈਗੇ, ਹੋਰ ਕੰਮ ਖਰਾਬ ਹੋਏਗਾ। ਹਿੰਦੁਸਤਾਨ ਇਹ ਖੇਤੀ ਪ੍ਰਧਾਨ ਦੇਸ਼ ਹੈ। ਜੇ ਇੱਥੇ ਥਾਂ ਇਸ ਕਰਕੇ ਐਕਵਾਇਰ ਕੀਤੀ ਜਾਏ ਵੀ ਇੱਥੇ ਬੰਦੇ ਦੱਬਣੇ ਹੈ, ਤਾਂ ਖੇਤੀਬਾੜੀ ਦਾ ਰਕਬਾ ਘਟਦਾ। ਇੱਕੋ ਥਾਂ ਉੱਤੇ ਕਈਆਂ ਦਾ ਸੰਸਕਾਰ ਹੋ ਸਕਦਾ ਹੈ। ਇੱਥੇ ਪਾਣੀ ਦਰਿਆ ਜਿਹੜੇ ਹੈਗੇ ਨੇ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਹੈਗੇ ਨੇ, ਇਸ ਕਰਕੇ ਇਹਨਾਂ ਦੀ ਸੋਚ ਵਿੱਚੋਂ ਇਹ ਜੀ ਗੱਲ ਨਿਕਲ ਆਈ। ਸੋ ਕਹਿਣ ਦਾ ਭਾਵ ਇਹ ਹੈ ਕਿ ਹਾਲਾਤ ਵੀ ਕਈ ਵਾਰੀ ਕੁਝ ਨਾ ਕੁਝ ਸੋਚ ਨੂੰ ਪ੍ਰਭਾਵਿਤ ਕਰਦੇ ਹੈ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਮਨੁੱਖ ਦੇ ਅੰਦਰ ਚਾਅ ਤੇ ਪੈਦਾ ਹੋਇਆ ਕਿ ਨਹੀਂ ਹੋਇਆ ਵੀ ਰੱਬ ਵੱਲ ਜਾਣ ਦਾ। ਬੇਸ਼ੱਕ ਵਿਚਾਰਧਾਰਾਵਾਂ ਅਲੱਗ-ਅਲੱਗ ਹੋ ਗਈਆਂ, ਉਹਦਾ ਲਾਭ ਹੈ ਕਿ ਨਹੀਂ, ਇਹਦੇ ਵਿੱਚ ਗੁਰਮਤ ਦੀ ਕਸੌਟੀ ਤੇ ਕਿੰਨੀਆਂ ਖਰੀਆਂ ਉਤਰਦੀਆਂ ਨੇ, ਗੱਲ ਵੱਖਰੀ ਹੈ, ਪਰ ਤੁਰੇ ਤੇ ਹੈਗੇ ਆ, ਉਹ ਅਹਿਸਾਸ ਤੇ ਹੈਗਾ। ਇਹਨੂੰ ਇੱਦਾਂ ਸਮਝ ਲਈਏ ਵੀ ਜਿਵੇਂ ਕਿਸੇ ਥਾਂ ਉੱਤੇ ਮੇਲਾ ਲੱਗਦਾ ਹੈ। ਹੁਣ ਹਰ ਕੋਈ ਮੇਲੇ ਤੇ ਜਾਣਾ ਚਾਹੁੰਦਾ ਹੈ, ਪਰ ਕੀ ਰਸਤਾ ਸਾਰਿਆਂ ਦਾ ਇੱਕ ਹੁੰਦਾ? ਨਹੀਂ। ਕੋਈ ਬਾਏ ਰੋਡ ਜਾ ਰਿਹਾ ਹੈ, ਕੋਈ ਸਮੁੰਦਰ ਦੇ ਰਸਤੇ ਜਾ ਰਿਹਾ, ਪਾਣੀ ਦਾ ਰਸਤਾ ਹੈ, ਕੋਈ ਹਵਾਈ ਜਹਾਜ਼ ਰਾਹੀਂ ਹਵਾ ਦੇ ਰਸਤੇ ਜਾ ਰਿਹਾ ਹੈ, ਕੋਈ ਪਗਡੰਡੀ ਦੇ ਰਾਹੀਂ ਜਾ ਰਿਹਾ। ਰਸਤੇ ਵੱਖਰੇ ਵੱਖਰੇ ਨੇ। ਕਿਸੇ ਨੂੰ ਪੁੱਛੋ ਕਿੱਥੇ ਚੱਲੇ ਆ? ਮੇਲੇ ਚੱਲੇ ਆ। ਫਿਰ ਸਾਧਨ ਵੀ ਇੱਕੋ ਜਿਹੇ ਨਹੀਂ। ਇੱਕ ਸਾਈਕਲ 'ਤੇ ਚੱਲਿਆ ਹੈ, ਇੱਕ ਕਾਰ 'ਤੇ ਜਾ ਰਿਹਾ ਹੈ, ਇੱਕ ਹਵਾਈ ਜਹਾਜ਼ 'ਤੇ ਜਾ ਰਿਹਾ ਹੈ, ਇੱਕ ਸਮੁੰਦਰੀ ਜਹਾਜ਼ 'ਤੇ ਜਾ ਰਿਹਾ, ਇੱਕ ਬੰਦਾ ਪੈਦਲ ਹੀ ਤੁਰਿਆ ਹੋਇਆ। ਰਸਤੇ ਵੀ ਅਲੱਗ-ਅਲੱਗ, ਸਾਧਨ ਵੀ ਅਲੱਗ-ਅਲੱਗ, ਮਨਸ਼ਾ ਵੀ ਅਲੱਗ-ਅਲੱਗ। ਕਿਸੇ ਨੂੰ ਪੁੱਛਿਆ ਤੂੰ ਕਿਉਂ ਜਾ ਰਿਹਾ? ਕਹਿਣ ਲੱਗਾ ਬਹੁਤ ਇਕੱਠ ਹੋਏਗਾ, ਮੈਂ ਤੇ ਹਾਂ ਦੁਕਾਨਦਾਰ, ਮੈਂ ਤਾਂ ਜਲੇਬੀਆਂ ਵੇਚਣ ਚੱਲਣਾ, ਉੱਥੇ ਬਿਜ਼ਨਸ ਹੋਏਗਾ। ਉਹਦੀ ਭਾਵਨਾ ਅਲੱਗ ਹੈ। ਦੂਜੇ ਨੇ ਪੁੱਛਿਆ ਤੂੰ ਚੱਲਿਆ ਕਿਉਂ? ਕਹਿੰਦਾ ਬੜਾ ਇਕੱਠ ਹੋਏਗਾ, ਬਹੁਤ ਉੱਥੇ ਮੇਲਾ ਲੱਗੇਗਾ, ਆਪਾਂ ਖਾਵਾਂ ਪੀਵਾਂਗੇ। ਉਹ ਖਾਣ ਪੀਣ ਜਾ ਰਿਹਾ ਹੈ। ਕਿਸੇ ਨੂੰ ਪੁੱਛੇ ਵੀ ਉੱਥੇ ਡੰਗਰਾਂ ਦੀ ਮੰਡੀ ਲੱਗਣੀ ਹੈ, ਮੈਂ ਡੰਗਰ ਵੇਚਣ ਚੱਲਿਆ, ਕੋਈ ਡੰਗਰ ਖਰੀਦਣ ਚੱਲਿਆ। ਹਰ ਇੱਕ ਦੀ ਭਾਵਨਾ ਅਲੱਗ-ਅਲੱਗ ਹੈ ਨਾ। ਤੇ ਕਿਸੇ ਨੂੰ ਪੁੱਛਿਆ, ਉਹ ਕਹਿਣ ਲੱਗਾ ਵੀ ਬਹੁਤ ਇਕੱਠ ਹੋਏਗਾ, ਉਸ ਇਕੱਠ ਦੇ ਵਿੱਚ ਕੁਝ ਧਾਰਮਿਕ ਸ਼ਖਸੀਅਤਾਂ ਵੀ ਆਉਣੀਆਂ ਨੇ, ਮੈਂ ਤੇ ਉਹਨਾਂ ਦੇ ਬਚਨ ਸੁਣਨ ਵਾਸਤੇ ਚੱਲੇ ਹਾਂ। ਇਹਦੀ ਭਾਵਨਾ ਆਪਣੀ ਅਲੱਗ-ਅਲੱਗ ਹੈ।
ਇਸੇ ਤਰ੍ਹਾਂ ਦੇ ਨਾਲ ਅਸੀਂ ਲੋਕ ਕਈ ਭਾਵਨਾਵਾਂ ਦੇ ਕਰਕੇ ਢੰਗ ਤਰੀਕੇ ਕੱਢੀ ਬੈਠੇ ਆ। ਆਹ ਮੰਤਰ ਪੜੋ, ਇਹਦੇ ਨਾਲ ਪੁੱਤ ਮਿਲ ਜਾਂਦਾ ਹੈ। ਆਹ ਮੰਤਰ ਪੜੋ, ਇਹਦੇ ਨਾਲ ਕਾਰੋਬਾਰ ਠੀਕ ਹੋ ਜਾਂਦਾ ਹੈ। ਕਈ ਤੇ ਐਸੇ ਨੇ, ਆਹ ਮੰਤਰ ਪੜੋ, ਇਹਦੇ ਨਾਲ ਦੁਸ਼ਮਣਾਂ ਦਾ ਬੇੜਾ ਗਰਕ ਹੋ ਜਾਂਦਾ ਹੈ। ਜੰਤਰ ਮੰਤਰ ਤੰਤਰ ਕਈ ਚੀਜ਼ਾਂ ਆਪਣੇ ਕੋਲ ਰੱਖ ਰਹੇ ਆ, ਕੁਝ ਪੜ੍ਹ ਰਹੇ ਆ। ਕਿੰਨੇ ਪ੍ਰਕਾਰ ਦੇ ਜਪ ਹੈ, ਸੋਚ ਕੇ ਵੇਖੋ ਨਾ। ਈਸਾਈ ਵੀਰ ਵੀ ਕੁਝ ਬੋਲਦੇ ਹੀ ਹੈ, ਬੋਲ ਹੀ ਰਹੇ ਆ। ਉਹ ਵੀ ਮੁਸਲਮਾਨ ਵੀਰ ਵੀ ਕੁਝ ਬੋਲ ਰਹੇ ਆ, ਹਿੰਦੂ ਵੀਰ ਵੀ ਕੁਝ ਬੋਲ ਰਹੇ ਆ, ਕੁਛ ਨਾ ਕੁਛ ਤਾਂ ਬੋਲ ਰਹੇ ਆ। ਇੱਥੇ ਚੀਨੀ ਵੀਰ ਵੀ ਕੁਝ ਬੋਲ ਰਹੇ ਆ। ਹਰ ਕੋਈ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੇ ਭਾਵ ਪ੍ਰਗਟ ਕਰ ਰਿਹਾ ਹੈ। ਕਹਿੰਦੇ ਕਿੰਨੇ ਪ੍ਰਕਾਰ ਦੇ ਜਪ ਤੇ ਕਿੰਨੇ ਪ੍ਰਕਾਰ ਦੇ ਉਹਨਾਂ ਨੂੰ ਬੋਲਣ ਵਾਲੇ। ਮਨਸਾ ਵੀ ਅਲੱਗ-ਅਲੱਗ ਹੈ। ਕੋਈ ਇਸ ਕਰਕੇ ਗੁਰਦੁਆਰਾ ਸਾਹਿਬ ਆਉਂਦਾ ਹੈ ਕਿ ਮੇਰੇ ਘਰ ਸੁਖ ਸ਼ਾਂਤੀ ਨਹੀਂ ਹੈ। ਕੋਈ ਇਸ ਕਰਕੇ ਧਾਰਮਿਕ ਸਥਾਨ 'ਤੇ ਜਾਂਦਾ ਹੈ ਕਿ ਮੇਰੇ ਘਰ ਔਲਾਦ ਨਹੀਂ ਹੈ। ਕੋਈ ਇਸ ਕਰਕੇ ਧਾਰਮਿਕ ਸਥਾਨ 'ਤੇ ਜਾ ਰਿਹਾ ਹੈ ਕਿ ਮੇਰਾ ਗਰੀਬ ਬਹੁਤ ਆ, ਮੇਰੀ ਗਰੀਬੀ ਕੱਟੀ ਜਾਏ। ਭਾਵਨਾਵਾਂ ਅਲੱਗ-ਅਲੱਗ ਹੈ। ਉਸ ਭਾਵਨਾਵਾਂ ਦੇ ਵਿੱਚੋਂ ਇਹ ਬਹੁਤ ਕੁਝ ਨਿਕਲ ਗਿਆ। ਵਿਚਾਰਧਾਰਾਵਾਂ ਕਈ ਪੈਦਾ ਹੋ ਗਈਆਂ। ਉਹਦੇ ਵਿੱਚ ਕੋਈ ਜੰਗਲਾਂ 'ਚ ਜਾਣ ਵਾਲੇ ਨਿਕਲ ਆਏ, ਕੋਈ ਪਹਾੜਾਂ 'ਤੇ ਜਾਣ ਵਾਲੇ ਨਿਕਲ ਆਏ, ਕੋਈ ਤੀਰਥਾਂ 'ਤੇ ਇਸ਼ਨਾਨ ਕਰਨ ਵਾਲੇ ਨਿਕਲ ਆਏ। ਉਹਦਾ ਜ਼ਿਕਰ ਹੈ ਇਹਦੇ ਉੱਤੇ। ਹਜ਼ੂਰ ਕਹਿਣ ਲੱਗੇ, ਸੱਚੇ ਪਾਤਸ਼ਾਹ ਤੇਰੀ ਕੁਦਰਤ ਵਿੱਚ ਅਸੀਂ ਵੇਖਦੇ ਆ ਨਾ, ਤੇਰੀ ਰਚਨਾ ਵਿੱਚ ਵੇਖਦੇ ਹਾਂ, ਇਹ ਹੈ ਤੇਰੀ ਕਰਾਮਾਤ ਹੈ। ਹਰੇਕ ਮਨੁੱਖ ਨੂੰ ਇੱਕ ਬੂਝ ਦਿੱਤੀ ਹੈ, ਇੱਕ ਸੂਝ ਦਿੱਤੀ ਹੈ। ਉਹਦਾ ਇਸਤੇਮਾਲ ਕਰਦਾ ਹੈ ਤੇ ਇਸਤੇਮਾਲ ਕਰਕੇ ਤੇ ਕਈ ਪ੍ਰਕਾਰ ਦੇ ਰਸਤੇ ਕੱਢੀ ਬੈਠਾ ਹੈ। ਮਿਲਣਾ ਤੈਨੂੰ ਚਾਹੁੰਦਾ ਹੈ, ਰਸਤਾ ਵੱਖਰਾ ਹੈ, ਦੂਏ ਨਾਲ ਲੜਦਾ ਹੈ। ਤੂੰ ਛੱਡ ਆਪਣਾ ਰਸਤਾ, ਮੇਰੇ ਰਸਤੇ ਆ। ਤੇਰਾ ਰਸਤਾ ਗਲਤ ਹੈ, ਮੇਰਾ ਰਸਤਾ ਠੀਕ ਹੈ। ਫਿਰ ਭਾਵਨਾਵਾਂ ਅਲੱਗ-ਅਲੱਗ ਤੈਨੂੰ ਮਿਲਣ ਵਾਸਤੇ। ਤੇ ਮੇਰੇ ਮਾਲਕ ਕਹਿਣ ਲੱਗੇ, ਸੱਚੇ ਪਾਤਸ਼ਾਹ ਜਦੋਂ ਮੈਂ ਇਹਨਾਂ ਨੂੰ ਵੀ ਦੇਖਦਾ ਹੈ ਨਾ ਤੇ ਨਮਸਕਾਰ ਮੈਂ ਤੈਨੂੰ ਹੀ ਕਰਦਾ ਹੈ। ਇਹ ਸਭ ਤੇਰੀ ਦਿੱਤੀ ਹੋਈ ਇਹ ਵੱਖੋ ਵੱਖਰੀ, ਕਿਉਂਕਿ ਮੇਰੇ ਮਾਲਕ ਨੇ ਇੱਕ ਕੈਸੀ ਅਜਬ ਖੇਡ ਹੈ। ਤੁਸੀਂ ਵੇਖੋ, ਕਿਸੇ ਨੇ ਕਿਹਾ ਵੀ ਰੱਬ ਇੱਕ ਐਸਾ ਕਾਰੀਗਰ ਹੈ। ਬੜੇ ਧਿਆਨ ਨਾਲ ਸੁਣਨਾ, ਰੱਬ ਦੀ ਸਿਫਤ ਕਰਨ ਲੱਗਾ। ਉਹ ਕਹਿੰਦਾ ਰੱਬ ਇੱਕ ਐਸਾ ਕਾਰੀਗਰ ਹੈ ਕਿ ਦੂਜੀ ਵਾਰੀ ਉਹ ਉਹੋ ਜਿਹੀ ਚੀਜ਼ ਬਣਾ ਹੀ ਨਹੀਂ ਸਕਦਾ। ਉਹਨੂੰ ਕਿਸੇ ਨੇ ਪੁੱਛਿਆ ਵੀ ਤੂੰ ਕੀ ਕਹਿ ਰਿਹਾ? ਇੱਦਾਂ ਤਾਂ ਇੰਝ ਲੱਗਦਾ ਰੱਬ ਨੂੰ ਕੁਝ ਆ ਨਹੀਂ ਰਿਹਾ। ਕਹਿਣ ਲੱਗਾ ਨਾ, ਧਿਆਨ ਦਿਓ। ਕਹਿਣ ਲੱਗਾ ਕਿੰਨੇ ਬੰਦੇ ਤੁਸੀਂ ਇੱਥੇ ਬੈਠੇ ਹੋ, ਤੁਹਾਡੇ ਅੰਗੂਠੇ ਦਾ ਕਿੰਨਾ ਹਿੱਸਾ ਹੈ? ਥੋੜ੍ਹਾ ਜਿਹਾ ਹਿੱਸਾ ਹੈ ਨਾ, ਮਿਲਦਾ ਕਿਸੇ ਨਾਲ। ਸਭ ਦੇ ਅੰਗੂਠੇ ਦੇ ਨਿਸ਼ਾਨ ਆਪਣੇ ਆਪਣੇ ਹੈ। ਆਪਾਂ ਆਧਾਰ ਕਾਰਡ ਬਣਾਏ ਹੈ, ਅੱਖਾਂ ਦੀਆਂ ਫੋਟੋਆਂ ਲਈਆਂ ਉਹਨਾਂ ਨੇ, ਸਭ ਦੀਆਂ ਅੱਖਾਂ ਅਲੱਗ-ਅਲੱਗ ਹੈ। ਤੁਹਾਡਾ ਆਇਡੈਂਟੀਟੀ ਤਾਂ ਹੀ ਬਣਦਾ ਵੀ ਤੁਸੀਂ ਵੱਖਰੇ ਹੋ। ਰੱਬ ਜੀ ਦੀ ਕੁਦਰਤ ਵਿੱਚ ਰੱਬ ਜੀ ਨੇ ਕਿੰਨੇ ਹੀ ਇਹ ਬਣਾਏ, ਪਰ ਕੋਈ ਕਿਸੇ ਵਰਗਾ ਬਣਾਇਆ ਨਹੀਂ। ਭਾਵੇਂ ਜੁੜਵੇਂ ਬੱਚੇ ਵੀ ਕਿਉਂ ਨਾ ਹੋਣ, ਉਹਨਾਂ ਦਾ ਫਿੰਗਰਪ੍ਰਿੰਟਸ ਆਪਣਾ ਹੈ, ਉਹਨਾਂ ਦੀ ਅੱਖਾਂ ਦੀ ਬਣਾਵਟ ਆਪਣੀ ਹੈ। ਹੁਣ ਆਹ ਵੱਖਰੀ ਵੱਖਰੀ ਰਚਨਾ ਹੋਣ ਕਰਕੇ ਤੇ ਵੱਖਰੇ ਵੱਖਰੇ ਵਿਚਾਰ ਵੀ ਹੋ ਜਾਂਦੇ ਆ, ਵੱਖਰੀ ਵੱਖਰੀ ਸੋਚ ਵੀ ਹੋ ਜਾਂਦੀ ਹੈ, ਤੇ ਉਹਦੇ 'ਚੋਂ ਆ ਸਾਰਾ ਕੁਝ ਨਿਕਲਦਾ ਹੈ। ਇਸ ਕਰਕੇ ਮੇਰੇ ਮਾਲਕ ਨੇ ਕਿਹਾ, ਸੱਚੇ ਪਾਤਸ਼ਾਹ ਜਦੋਂ ਮੈਂ ਤੇਰੀ ਰਚਨਾ ਵੇਖਦਾ ਕਿ ਧਰਮ ਦੇ ਨਾਂ ਦੇ ਉੱਤੇ ਕਈ ਪ੍ਰਕਾਰ ਦੇ ਜਿਹੜੇ ਰਸਮ ਮੈਨੂੰ ਮਿਲਦੇ ਨੇ, ਜੋ ਇਸ ਰਸਤੇ ਨੂੰ ਫੋਲੋ ਵੀ ਕਰਦੇ ਨੇ ਤੇ ਜਾ ਵੀ ਰਹੇ ਨੇ। ਮੇਰੇ ਮਾਲਕਾ ਮੇਰੀ ਤਾਕਤ ਹੀ ਕੀ ਹੈ? ਇੱਥੇ ਕੁਦਰਤ ਸ਼ਬਦ ਆਇਆ ਨਾ, ਇੱਥੇ ਕੁਦਰਤ ਰੱਬ ਵਾਸਤੇ ਨਹੀਂ ਹੈ। ਕੁਦਰਤ ਦਾ ਅਰਥ ਹੈ ਸ਼ਕਤੀ। ਅਸੀਂ ਕਹਿੰਦੇ ਸਭ ਕੁਝ ਇਹ ਤਾਂ ਰੱਬ ਦੀ ਕੁਦਰਤ ਹੈ, ਭਾਵੇਂ ਰੱਬ ਦੀ ਸ਼ਕਤੀ ਹੈ। ਕੁਦਰਤ ਕਵਣ, ਇੱਥੇ ਮੇਰੀ ਕੁਦਰਤ ਕੀ ਹੈ, ਭਾਵ ਮੇਰੀ ਤਾਕਤ ਕੀ ਹੈ, ਮੈਂ ਕੀ ਹਾਂ? ਮੈਂ ਤਾਂ ਕੁਛ ਵੀ ਨਹੀਂ। ਕੁਦਰਤ ਕਵਣ ਕਹਾਂ ਵਿਚਾਰ, ਕਿ ਮੈਂ ਕੋਈ ਵਿਚਾਰ ਕਹਿ ਸਕਾਂ ਇਹਨਾਂ ਦੇ ਬਾਰੇ ਵੀ ਤੂੰ ਕਿੰਨੇ ਕੁ ਬਣਾਏ ਹੈ। ਮੇਰੀ ਤੇ ਹਾਲਤ ਇਹ ਹੈ, ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਇੱਕ ਵਾਰੀ ਵੀ ਤੇਰੇ ਤੋਂ ਕੁਰਬਾਨ ਜਾਣ ਜੋਗਾ ਨਹੀਂ। ਹਾਂ ਇਹ ਗੱਲ ਪੱਕੀ ਹੈ, ਭਾਵੇਂ ਕੋਈ ਤੀਰਥਾਂ 'ਤੇ ਨਹਾਏ, ਭਾਵੇਂ ਕੋਈ ਜੰਗਲਾਂ 'ਚ ਰਹੇ, ਭਾਵੇਂ ਕੋਈ ਪਹਾੜਾਂ ਦੀਆਂ ਕੰਦਰਾਂ ਵਿੱਚ ਚਲੇ ਜਾਏ, ਭਾਵੇਂ ਕੋਈ ਇੱਕ ਲਾਤੇ ਖੜਾ ਹੋ ਕੇ ਤਪੱਸਿਆ ਕਰੇ, ਪਰ ਗੱਲ ਤਾਂ ਉਹੀ ਠੀਕ ਹੈ ਜੋ ਤੈਨੂੰ ਭਾ ਜਾਏ। ਭਾਵੇਂ ਕੋਈ ਕੁਛ ਵੀ ਕਰੇ, ਪਰ ਠੀਕ ਕੀ ਹੋਏਗਾ? ਜੋ ਤੁਧ ਭਾਵੈ ਸਾਈ ਭਲੀ ਕਾਰ, ਉਹੀ ਕਾਰ ਚੰਗੀ ਹੈ ਜੋ ਤੈਨੂੰ ਭਾਉਂਦੀ ਹੈ।
ਆਹ ਗੱਲ ਸਮਝਾਈ ਜਾ ਰਹੀ ਹੈ। ਤੇ ਮੇਰਿਆ ਮਾਲਕਾ, ਜੋ ਤੇਰੀ ਰਜ਼ਾ ਵਿੱਚ ਹੋ ਰਿਹਾ ਨਾ, ਕਿਉਂਕਿ ਹੁਕਮ ਰਜ਼ਾਈ ਚੱਲਣਾ, ਜਦ ਤੱਕ ਮਨੁੱਖ ਇਸ ਨੂੰ ਨਹੀਂ ਸਮਝਦਾ ਉਹਨੂੰ ਅਸਲੀਅਤ ਦੀ ਪਤਾ ਨਹੀਂ ਲੱਗ ਸਕਦੀ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ, ਤੂੰ ਹਮੇਸ਼ਾ ਕਾਇਮ ਰਹਿਣ ਵਾਲਾ ਹੈ। आओ जी अगला शब्द सुनिए जी। असंख मूरख अंधकोर, असंख चोर हराम खोर। असंख मूरख अंध घोर, असंख चोर हराम खोर। असंख अमर कर जाहे जोर, असंग गलवड हत्या कमाहे। असंख अमर कर जाहि जोर, असंख गलवड हत्या कमाहि। असंख पापी पाप कर जाहे, असंख पापी पाप कर जाहे। असंख कूड़ियार कूड़े फिराहे। असंख कूड़ियार कूड़े फिराहे। असंख मलेश मल पखाहे। असंख मलेच्छ मल भख खाहे। असंख निंदक सिर करें पार, असंख निंदक सिर करहें भार। नानक नीच कहे विचार, नानक नीच कह विचार। वार्या न जावा एक बार, वार्या न जावा एक बार। जो तुद पावै साई पलिकार, जो तुद भावै साई भली कार। तू सदा सलामत निरंकार। ਸਲਾਮਤ ਨਿਰੰਕਾਰ। ਗੁਰੂ ਸਵਾਰਿਓ, ਇਸ ਪੌੜੀ ਦੇ ਵਿੱਚ ਪਰਮਾਤਮਾ ਦੀ ਸਾਰੀ ਕੁਦਰਤ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ। ਜੇ ਤੁਸੀਂ ਜਗਤ ਦੇ ਸਿਰਫ ਚੋਰ, ਧਾੜਵੀ, ਠੱਗ, ਗੱਲ ਵੱਢਣ ਵਾਲੇ, ਨਿੰਦਕ ਇਤਿਆਦਿਕ ਬਹੁਤ ਸਾਰੇ ਇਸ ਕੈਟਾਗਰੀ ਦੇ, ਜੇ ਇਹਨਾਂ ਦਾ ਹੀ ਹਿਸਾਬ ਕਿਤਾਬ ਦੀ ਗੱਲ ਕਰੋ ਤੇ ਇਹਨਾਂ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ। ਇਹ ਵੀ ਜਿਹੜਾ ਬਹੁਤਾਤ ਵਿੱਚ ਨੇ, ਪਾਤਸ਼ਾਹ ਨੇ ਇਹਨਾਂ ਵਾਸਤੇ ਵੀ ਅਸੰਖ ਸ਼ਬਦ ਵਰਤਿਆ ਹੈਗਾ। ਤੇ ਗੁਰਦੇਵ ਫਿਰ ਜਿਹੜਾ ਹੈ ਉਹ ਬਿਆਨ ਕਰਦੇ ਨੇ ਕਿ ਭਾਈ असंख मूरख अंध घोर, असंख चोर हराम खोर। इस पौड़ी नूं पढ़न लग्गियां, विचारन लग्गियां, रोज़ाना किन्ने ही लोग पढ़ते ने, किन्ने ही पढ़ते होणगे, पढ़ के अगे निकल जाते होणगे। ते विचार ते करनी बनती है ना कि पातशाह इस पौड़ी दे विच जिस कैटागरी की गल कर रहे ने, उस कैटागरी विच किते मैं तां नहीं शामिल हैगा, मैं तां नहीं शामिल हैगा इस कैटागरी विच। देखो ना जी, जो भी बाणी है एक ओंकार तो लैके 18, 10, 20 तक, ये बाणी ते सानू उपदेश कर रही है, मैनू उपदेश कर रही है। मैनू अपने जीवन ते इनू टुकाना चाहिए है, तदे पढ़न का फायदा है। उंज मैं रोज़ाना दे 101 पाठ करी जावां जपजी साहब दे, ते एक भी गल विचारा ना भी पातशाह की कह रहे ने, फिर तो नहीं गल बनेगी ना। हुण जिवें इस पौड़ी विच मेरे मालक ने असंख मूरख अंध घोर शब्द वरत्या, भी बहुत वड्डा मूरख, महामूरख। ते ओदी परिभाषा फिर वेखणी पएगी। मूर्ख की परिभाषा की है? बहुत सारे विद्वानां ने तो मूर्ख के शब्द जोड़े ने वो यही कीते ने कि मूँह रखण वाली गल करदा है। पहला मूँह जो आया, ना विचारिया, ना पढ़िया, ना समझिया, जो मूँह च आया वो बक दिता, कह दिता। पर धन श्री गुरु ग्रंथ साहिब महाराज नूं पुछदे आ, सतगुरु पातशाह जी, ये महामूर्ख कौन हुंदा है कि असी इस कैटागरी विच नहीं आउंदे? फिर इस कैटागरी दे विच सानू
ਪੈਮਾਨਾ ਮਾਪਣਾ ਪਏਗਾ, ਪਰਿਭਾਸ਼ਾ ਵੇਖਣੀ ਪਏਗੀ। ਗੁਰਦੇਵ ਕਹਿੰਦੇ ਨੇ ਕੌਣ ਹੈ ਮੂਰਖ, ਜਰਾ ਵਿਚਾਰੋ। ਮੂਰਖ ਹੋਏ ਨਾ ਆਖੀ ਸੂਝੈ। ਜਿਹੜਾ ਮੂਰਖ ਹੈ ਨਾ, ਉਹਦੀਆਂ ਆਪਣੀਆਂ ਹੀ ਅੱਖਾਂ ਜਿਹੜਾ ਹੈਗੀਆਂ ਨੇ, ਪਰ ਉਹਨੂੰ ਕੁਝ ਸੂਝ-ਬੂਝ ਨਹੀਂ ਹੈ, ਸਮਝ ਨਹੀਂ ਹੈ। ਝੂਠ ਕੀ ਹੈ, ਸੱਚ ਕੀ ਹੈ, ਜੇ ਉਹਨੂੰ ਪਤਾ ਹੋਵੇ ਤਾਂ ਉਹ ਝੂਠ ਬੋਲੇਗਾ? ਕਦੇ ਵੀ ਨਹੀਂ ਬੋਲੇਗਾ। ਪਾਪ ਕੀ ਹੈ, ਪੁੰਨ ਕੀ ਹੈ, ਜੇ ਉਹਨੂੰ ਪਤਾ ਹੋਵੇ ਤਾਂ ਉਹ ਕਦੇ ਪਾਪ ਕਰੇਗਾ? ਕਦੇ ਵੀ ਨਹੀਂ ਕਰੇਗਾ। ਮੇਰੇ ਮਾਲਕ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਉਹਨੂੰ ਨਹੀਂ ਸਮਝ ਜ਼ਿੰਦਗੀ ਵਿੱਚ ਕੀ ਠੀਕ ਹੈ ਕੀ ਗਲਤ ਹੈਗਾ, ਕਰੀ ਜਾ ਰਿਹਾ ਤੁਹਾਡਾ ਤਰ ਝੂਠ ਤੇ ਝੂਠ, ਇੱਕ ਝੂਠ ਨੂੰ ਲੁਕਾਉਣ ਵਾਸਤੇ ਦੂਜਾ ਝੂਠ, ਤੀਜਾ ਝੂਠ ਬੋਲੀ ਜਾ ਰਿਹਾ, ਸਵੇਰ ਤੋਂ ਸ਼ਾਮ ਤੱਕ ਬੋਲੀ ਜਾ ਰਿਹਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹਵਾ ਰਸ ਨਹੀਂ ਕਿਹਾ ਬੁੱਝੈ। ਕਹਿਣਗੇ ਆਪਣੀ ਜੇਵਾ ਵਿੱਚ ਤੇ ਰਸ ਹੈ ਹੀ ਨਹੀਂ ਹੈ। ਪਰ ਕੋਈ ਸਮਝਾਵੇ, ਦੂਜਾ ਸਿਆਣਾ ਬੰਦਾ ਅਕਲ ਦੇਵੇ ਤੇ ਉਹ ਵੀ ਸਮਝਣ ਵਾਸਤੇ ਤਿਆਰ ਨਹੀਂ ਹੁੰਦਾ। ਇਹ ਮੂਰਖ ਦੀ ਨਿਸ਼ਾਨੀ ਹੈ। ਲੋਕ ਕਹਿੰਦੇ ਵੀ ਸਿਆਣਿਆਂ ਕੋਲ ਬੈਠਣਾ ਚਾਹੀਦਾ ਹੈ, ਗੁਰਦੇਵ ਕੋਲ ਬੈਠਣਾ ਚਾਹੀਦਾ। ਕਹਿਣਗੇ ਮੂਰਖ ਗੱਲ ਹੀ ਨਹੀਂ ਸੁਣਦਾ ਹੈਗਾ, ਆਪਣੀ ਉਹ ਗੱਲ ਕਰਦਾ। ਗੁਰਦੇਵ ਕਹਿੰਦੇ ਨੇ ਵਿਖਿਆ ਕਾ ਮਾਤਾ ਜਗ ਸਿਓ ਲੂਝੈ। ਕਹਿਣਗੇ ਜ਼ਹਿਰ ਵਿੱਚ ਰੱਤਾ ਹੋਇਆ ਰਹਿੰਦਾ, ਸਵੇਰ ਤੋਂ ਸ਼ਾਮ ਤੱਕ ਜ਼ਹਿਰ ਵਿੱਚ ਲੱਗਾ ਹੁੰਦਾ ਤੇ ਉਹ ਆਪਣਿਆਂ ਦੇ ਨਾਲ ਹੀ ਝਗੜਾ ਕਰਦਾ ਹੈ, ਆਪਣਿਆਂ ਨਾਲ ਹੀ ਝਗੜਾ ਕਰਦਾ ਹੈ। ਮੂਰਖ ਬੰਦਾ ਵਿਖਿਆ ਵਿੱਚ ਰੱਤਾ ਹੋਇਆ, ਜ਼ਹਿਰ ਵਿੱਚ ਰੱਤਾ ਹੋਇਆ, ਆਪਣਿਆਂ ਨਾਲ ਹੀ ਝਗੜਾ ਕਰ ਲੈਂਦਾ ਹੈ। ਇਵੇਂ ਇਸ ਕਰਕੇ ਸ਼ਬਦ ਵਰਤਨੇ ਆ ਆਪਣੇ ਸ਼ਬਦ, ਕਿਉਂਕਿ ਅੱਜ ਅਸੀਂ ਭਲਾ ਕੀ ਮਨਾ ਰਹੇ ਹਾਂ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ। ਗੁਰੂ ਰਾਮਦਾਸ ਪਿਤਾ ਜੀ ਨੇ ਫੈਸਲਾ ਕਰ ਦਿੱਤਾ 1581 ਦੇ ਵਿੱਚ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਨੇ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲੇ ਜੋੜ ਕਰ ਸੁਜਸ ਬਖਾਣਿਓ। ਜਿਨ੍ਹਾਂ ਨੇ ਜਨਮ ਤੋਂ ਹੀ ਗੁਰਮਤ ਨੂੰ ਪਹਿਚਾਣ ਲਿਆ ਸੀ, ਜਿਨ੍ਹਾਂ ਦੀ ਜਨਮ ਤੋਂ ਹੀ ਗੁਰਮਤ ਨਾਲ ਸਾਂਝ ਬਣ ਗਈ ਸੀ, ਜਿਨ੍ਹਾਂ ਨੇ ਜਨਮ ਤੋਂ ਹੀ ਜਿਹੜਾ ਹੈ ਗੁਰੂ ਸਿੱਖਿਆ ਨੂੰ ਪ੍ਰਵਾਨ ਕੀਤਾ ਤੇ ਉਹਦੇ ਮੁਤਾਬਕ ਤੁਰਨ ਦਾ ਫੈਸਲਾ ਕਰ ਲਿਆ ਵੀ ਆਪਣੀ ਮਤ ਮੁਤਾਬਕ ਨਹੀਂ ਤੁਰਨਾ, ਜਿਵੇਂ ਗੁਰੂ ਕਹਿੰਦੇ ਨੇ ਉਸੇ ਤਰ੍ਹਾਂ ਤੁਰਨਾ ਹੈ। ਉਹਨਾਂ ਨੂੰ ਸਮਝ ਆ ਗਈ ਕਿ ਇਤ ਮਾਰਗ ਚੱਲੇ ਭਾਈੜੇ, ਗੁਰ ਕਹਿ ਸੁਕਾਰ ਕਮਾਏ ਜਿਓ। ਤੇ ਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਓ ਜਿਓ। ਸਮਝ ਆ ਗਈ ਹੈ ਕਿ ਇਉਂ ਭਾਵੇਂ ਹਰ ਦਰਸਾਵੜਾ ਨੇ ਲੱਗੇ ਤਾਤੀ ਵਾਓ ਜੀ। ਸਮਝ ਆ ਗਈ। ਪਰ ਦੂਜੇ ਪਾਸੇ ਜੋ ਵਿਅਕਤੀ ਪਹਿਲਾਂ ਤੋਂ ਹੀ ਖਿਆਲ ਪਕਾ ਕੇ ਬੈਠਾ ਹੈ ਵੀ ਗੁਰਤਾ ਗੱਦੀ ਤੇ ਮੇਰਾ ਅਧਿਕਾਰ, ਗੁਰਤਾ ਗੱਦੀ ਤੇ ਮੈਂ ਪ੍ਰਾਪਤ ਕਰਾਂਗਾ, ਪਰ ਉਹ ਗੁਰੂ ਦੀ ਆਗਿਆ ਨਹੀਂ ਮੰਨਦਾ, ਗੁਰੂ ਦੀ ਸਿੱਖਿਆ ਉੱਤੇ ਨਹੀਂ ਤੁਰਦਾ ਹੈਗਾ, ਗੁਰੂ ਜੋ ਮਾਰਗ ਦੱਸਦਾ ਹੈ ਉਸ ਮਾਰਗ ਉੱਤੇ ਨਹੀਂ ਤੁਰਦਾ ਹੈ, ਆਪਣੇ ਮਨ ਉੱਤੇ ਤੁਰਦਾ ਹੈ, ਮੂਰਖਾਂ ਵਾਲੀਆਂ ਗੱਲਾਂ ਕਰਦਾ ਹੈ। ਹੋਰ ਤਾਂ ਹੋਰ ਜਿਵੇਂ ਇੱਥੇ ਹੈ ਨਾ ਬਿਖ ਕਾ ਮਾਤਾ ਜਗ ਸਿਓ ਲੁੱਝੈ, ਝਗੜਾ ਵੀ ਕਰਦਾ ਹੈ ਮਾਇਆ ਦੀ ਖਾਤਰ। ਪ੍ਰਿਥੀ ਚੰਦ ਨੇ ਕਿੰਨੇ ਝਗੜੇ ਕੀਤੇ। ਬਾਰ-ਬਾਰ ਗੁਰਦੇਵ ਕਹਿੰਦੇ ਰਹੇ ਕੋਈ ਗੱਲ ਨਹੀਂ, ਤੁਹਾਨੂੰ ਲੋੜ ਹੈ ਨਾ ਭਰਾਤਾ ਜੀ ਤੇ ਲੈ ਲਓ। ਮੇਰੇ ਮਾਲਕ ਨੇ ਇੰਨਾ ਸਤਿਕਾਰ ਕੀਤਾ। ਪਰ ਵੇਖੋ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਇੱਕ ਗੱਲ ਕਹਿ ਕੇ ਗਏ, ਪ੍ਰਿਥੀ ਚੰਦ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੈ ਨ ਆਪ। ਪੁੱਤਰ ਜਿਸ ਧਨ ਦਾ ਤੂੰ ਗਰਭ ਕਰਦਾ ਹੈ, ਹੰਕਾਰ ਕਰਦਾ ਹੈ, ਇਹ ਕਿਸੇ ਦਾ ਆਪਣਾ ਨਹੀਂ ਹੋਇਆ। ਖਸਮ ਮਰੈ ਤੋ ਨਾਰ ਨਾ ਰੋਵੈ। ਕਿਉਂ ਨਹੀਂ ਰੋਂਦੀ ਇਹ ਮਾਇਆ, ਕਿਉਂ ਨਹੀਂ ਰੋਂਦੀ? ਇਹਦਾ ਮਾਲਕ ਮਰ ਜਾਏ, ਇੱਕੋ ਇੱਕ ਨਾਰ ਹੈ ਜਿਹਦਾ ਖਸਮ ਮਰ ਜਾਏ ਤੇ ਉਹ ਰੋਂਦੀ ਨਹੀਂ ਹੈ, ਕਿਉਂਕਿ ਉਸ ਰਖਵਾਰਾ ਔਰ ਹੋਵੇ। ਉਹਦਾ ਤੇ ਰਖਵਾਲਾ ਮਾਲਕ 3600 ਖਸਮ ਬਣਨ ਨੂੰ ਤਿਆਰ ਹੈ ਉਹਨੂੰ ਸਾਂਭਣ ਵਾਸਤੇ। ਤੇ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਪੁੱਤਰ ਕਾਹੇ ਪੂਤ ਝਗਰਤ ਹੋ ਸੰਗ ਬਾਪ। ਪੁੱਤਰ ਕਿਉਂ ਝਗੜਦਾ ਹੈ? ਪਿਓ ਨਾਲ ਝਗੜਨਾ ਤੈਨੂੰ ਪਤਾ ਹੈ? ਪਿਓ ਨਾਲ ਝਗੜਨਾ, ਮਾਪਿਆਂ ਨਾਲ ਝਗੜਨਾ ਤੇ ਪਾਪ ਹੁੰਦਾ, ਪਾਪ।
ਮਾਪਿਆਂ ਨਾਲ ਝਗੜਨਾ ਕੀ ਹੁੰਦਾ ਜੀ? ਪਾਪ ਹੁੰਦਾ ਹੈ। ਤੇ ਪ੍ਰਿਥੀ ਚੰਦ ਜੀ ਤੇ ਅੱਜ ਸੁਣ ਨਹੀਂ ਰਹੇ। ਐਸੇ ਵੀ ਮੈਂ ਸਮਾਜ ਵਿੱਚ ਲੋਕ ਤੱਕੇ ਨੇ ਜਿਨ੍ਹਾਂ ਦਾ ਆਪਣੇ ਹੀ ਪਿਤਾ ਜੀ ਨਾਲ ਕੋਰਟ ਵਿੱਚ ਕੇਸ ਚੱਲ ਰਿਹਾ ਹੈ, ਆਪਣੇ ਭਰਾਵਾਂ ਨਾਲ ਕੇਸ ਚੱਲਦਾ ਪਿਆ ਹੈ। ਇਹ ਗੱਲ ਤਾਂ ਉਹਨਾਂ ਨੂੰ ਸਮਝਣ ਦੀ ਲੋੜ ਹੈ। ਅੱਜ ਅਸੀਂ ਸੁਣ ਰਹੇ ਹਾਂ। ਜੇ ਸਾਡੇ ਘਰ ਵਿੱਚ ਇਸ ਤਰ੍ਹਾਂ ਦਾ ਕਲੇਸ਼ ਹੈ ਤਾਂ ਅਸੀਂ ਕਿਉਂ ਨਹੀਂ ਮਿਟਾਉਂਦੇ ਬਾਣੀ ਪੜ੍ਹ ਕੇ? ਪਾਤਸ਼ਾਹ ਦੇ ਪਾਤਸ਼ਾਹ ਕਹਿ ਰਹੇ ਭਾਈ ਨਾਲ ਨਹੀਂ ਕੁਝ ਜਾਣਾ। ਜੇ ਤੂੰ 4 ਛਿੱਲੜ ਘੱਟ ਕਮਾ ਲੇਗਾ, ਕੋਈ 4 ਵੱਧ ਕਮਾ ਲੇਗਾ, ਸਭ ਇੱਥੇ ਹੀ ਰਹਿ ਜਾਣੇ ਹੈ। ਫੁਲਕਾ ਸਾਰਿਆਂ ਨੇ ਉਹੀ ਕਣਕ ਦਾ ਖਾਣਾ ਹੈ। ਸੋਨੇ ਦੀ ਰੋਟੀ ਕਦੇ ਬਣੀ ਹੈ? ਕਿਸੇ ਨੇ ਨਹੀਂ ਖਾਣੀ। ਮੇਰੇ ਮਾਲਕ ਪਾਤਸ਼ਾਹ ਕਹਿੰਦੇ ਨੇ ਉਹ ਭਲਿਆ ਤੂੰ ਬਾਪੂ ਦੀ ਗੱਲ ਤੇ ਮੰਨ ਲੈਂਦਾ, ਆਪਣੇ ਪਿਓ ਦੀ ਗੱਲ ਤੇ ਮੰਨ ਲੈਂਦਾ, ਨਹੀਂ ਮੰਨੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਨਾਲ ਹੀ ਝਗੜਾ ਕਰ ਲਿਆ। ਮੇਰੇ ਮਾਲਕ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਇਹ ਗੱਲ ਸਮਝਾ ਕੇ ਗਏ, ਬਾਬਾ ਮਾਇਆ ਸਾਥ ਨਾ ਹੋਏ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਨਾਲ ਨਹੀਂ ਜਾਣੀ ਹੈ ਕਿਸੇ ਦੇ, ਇੱਥੇ ਹੀ ਰਹਿ ਜਾਣੀ ਹੈ। ਇਹਦੇ ਪਿੱਛੇ ਕਿਉਂ ਮੂਰਖ ਬਣਦੇ ਹੋ? ਇੱਕ ਹੋਰ ਪ੍ਰਵਾਸਾ ਮੇਰੇ ਮਾਲਕ ਨੇ ਦਿੱਤੀ ਮੂਰਖ ਦੀ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਾਨਕ ਮੂਰਖ ਇਹ ਗੁਣ ਲਓ ਜੀ। ਮੂਰਖ ਵਿੱਚ ਵੀ ਗੁਣ ਹੁੰਦੇ ਨੇ, ਮੂਰਖ ਵਿੱਚ ਵੀ ਗੁਣ ਹੁੰਦੇ ਨੇ, ਪਰ ਕਿਹੜੇ? ਕਹਿਣਗੇ ਬੋਲੇ ਸਦਾ ਵਿਨਾਸ਼। ਜੇ ਉਹ ਕੁਝ ਵੀ ਬੋਲੇਗਾ ਨੇ ਤੇ ਉਹ ਕਿਸੇ ਦੀ ਜ਼ਿੰਦਗੀ ਨੂੰ ਸਵਾਰੇਗਾ ਨਹੀਂ, ਕਿਸੇ ਦੀ ਜ਼ਿੰਦਗੀ ਨੂੰ ਸਫਲਿਆ ਨਹੀਂ ਕਰੇਗਾ, ਕਿਸੇ ਦਾ ਭਲਾ ਨਹੀਂ ਕਰੇਗਾ ਵੀ ਚਲੋ ਕਿਸੇ ਦਾ ਭਲਾ ਹੋ ਜਾਏ, ਕਿਸੇ ਦਾ ਸੰਵਰ ਜਾਏ, ਕਿਸੇ ਦੀ ਛੱਤ ਡਿੱਗੀ ਉਹਦੀ ਬਣ ਜਾਏ। ਨਹੀਂ ਨਹੀਂ ਨਹੀਂ, ਉਹ ਤੇ ਤਬਾਹੀ ਮਚਾ ਦੇਗਾ। ਜਦੋਂ ਬੋਲੇਗਾ ਤੇ ਉਹ ਵਿਨਾਸ਼ ਹੀ ਬੋਲੇਗਾ। ਕਿੰਨੇ ਲੋਕ ਨੇ ਅੱਜ, ਲੋਕ ਟੀਵੀ ਬੰਦ ਕਰ ਲੈਂਦੇ ਨੇ, ਅੱਜ ਲੋਕ ਟੀਵੀ ਬੰਦ ਕਰ ਲੈਂਦੇ ਨੇ, ਇੱਕੋ ਲਫ਼ਜ਼ ਸੁਣਦੇ ਨੇ ਤੇ ਉਹ ਸੁਣ ਕੇ ਕਿ ਪਤਾ ਹੀ ਹੈ ਵੀ ਇਹੋ ਜਿਹੀਆਂ ਯੋਜਨਾਵਾਂ ਦੀ ਗੱਲ ਚੱਲੇਗੀ ਜਿਹੜੀਆਂ ਕੇਵਲ ਟੀਵੀ ਤੱਕ ਹੀ ਸੀਮਿਤ ਰਹਿ ਜਾਣਗੀਆਂ, ਮਿਲਣਾ ਕੁਛ ਨਹੀਂ ਹੈ। ਇੱਕ ਲਫ਼ਜ਼ ਆਵੇ ਭਾਈਓ ਬਹਿਨੋ ਤੇ ਉਸ ਤੋਂ ਬਾਅਦ ਟੀਵੀ ਆਫ ਹੈ, ਕਿਉਂਕਿ ਕੁਝ ਮਿਲਣਾ ਹੀ ਨਹੀਂ ਹੈ, ਕੁਝ ਨਹੀਂ ਮਿਲਣਾ ਹੈਗਾ। ਸੇ ਪਾਤਸ਼ਾਹ ਕਹਿੰਦੇ ਨੇ ਕਿ ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਏ ਨਾਉ, ਮੂਰਖਾਂ ਸਿਰ ਮੂਰਖ ਹੈ। ਹੁਣ ਇਹ ਬੜੀ ਵੱਡੀ ਪਰਿਭਾਸ਼ਾ ਹੈ, ਇਹ ਡੈਫੀਨੇਸ਼ਨ ਹੈ। ਔਰ ਮੈਂ ਤਾਂ ਕਹਾਂਗਾ ਵੀ ਸਾਨੂੰ ਆਪੋ ਆਪਣੇ ਜੀਵਨ 'ਤੇ ਉਤਾਰਨੀ ਚਾਹੀਦੀ ਹੈ ਕਿ ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨੋ। ਆ ਗੱਲ ਹੈ। ਪਾਤਸ਼ਾਹ ਕਹਿੰਦੇ ਨੇ ਜੇ ਤੁਸੀਂ ਮੰਨਦੇ ਹੋ, ਰੱਬ ਵਿੱਚ ਵਿਸ਼ਵਾਸ ਹੈ, ਉਹਦੇ ਹੁਕਮ ਰਜ਼ਾਈ ਤੁਰਦੇ ਹੋ, ਉਹਦੀ ਆਗਿਆ ਵਿੱਚ ਤੁਰਦੇ ਹੋ, ਫਿਰ ਤਾਂ ਠੀਕ ਹੈ। ਜੇ ਮਨ ਦੇ ਪਿੱਛੇ ਹੀ ਤੁਰਦੇ ਹੋ ਤੇ ਮੇਰੇ ਮਾਲਕ ਕਹਿੰਦੇ ਨੇ ਕੋਈ ਫਾਇਦਾ ਨਹੀਂ। ਗੁਰਦੇਵ ਪਾਤਸ਼ਾਹ ਇੱਕ ਥਾਂ ਤੇ ਜ਼ਿਕਰ ਕਰਦੇ ਨੇ ਮੂਰਖ ਹੋਵੈ ਸੋ ਸੁਣੈ, ਮੂਰਖਾਂ ਕਾ ਕਹਿਣਾ, ਮੂਰਖ ਕੇ ਕਿਆ ਲਖਣ ਹੈ, ਕਿਆ ਮੂਰਖ ਕਾ ਕਰਨਾ। ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨਾ। ਪਾਤਸ਼ਾਹ ਕਹਿੰਦੇ ਮੂਰਖ ਉਹ ਹੈ ਜਿਹੜਾ ਕਿ ਮੁਗਧ ਹੈਗਾ, ਜਿਹੜਾ ਹੰਕਾਰ ਦੇ ਵਿੱਚ ਹੀ ਮਰ ਜਾਂਦਾ ਹੈ, ਹੋਰ ਆਪਣੇ ਨਾਲ ਉਹ ਕੁਝ ਨਹੀਂ ਲੈ ਕੇ ਜਾਂਦਾ। ਇੱਥੇ ਸ਼ਬਦ ਪਾਤਸ਼ਾਹ ਜੀ ਨੇ ਜਿਹੜਾ ਅੰਧ ਘੋਰ ਦੀ ਗੱਲ ਕੀਤੀ ਸੀ, ਤਾਂ ਕਰਕੇ ਜਿਹੜਾ ਇਹ ਜ਼ਰੂਰੀ ਹੈ ਕਿ ਇਹਦਾ ਖੁਲਾਸਾ ਕੀਤਾ ਜਾਏ। ਮੇਰੇ ਮਾਲਕ ਕਹਿੰਦੇ ਨੇ ਕਿ ਅਨੇਕਾਂ ਹੀ ਚੋਰ ਹਨ, ਅਨੇਕਾਂ ਚੋਰ ਨੇ। ਇਹਨਾਂ ਚੋਰਾਂ ਦੀ ਕੈਟਾਗਰੀ ਜਿਹੜਾ ਹੈ ਉਹ ਤੁਸੀਂ ਵੇਖੋਗੇ ਅਲੱਗ-ਅਲੱਗ ਨੇ। ਕੋਈ ਕਾਹਦੀ ਚੋਰੀ ਕਰਦਾ ਪਿਆ, ਕੋਈ ਕਾਹਦੀ ਚੋਰੀ ਕਰਦਾ ਪਿਆ, ਕੋਈ ਕਿਵੇਂ ਕਰਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇੱਥੇ ਜੋ ਪਰਾਇਆ ਮਾਲ ਚੁਰਾ ਕੇ ਵਰਤ ਰਹੇ ਨੇ, ਅਨੇਕਾਂ ਹੀ ਇਹੋ ਜਿਹੇ ਨੇ ਮੂਰਖ ਹਨ ਜੋ ਦੂਜਿਆਂ ਦੇ ਹੁਕਮ ਤੇ ਵਧੀਕੀ ਵੀ ਜਿਹੜਾ ਹੈ ਉਹ ਕਰ ਰਹੇ ਨੇ, ਤੇ ਸੰਸਾਰ ਤੇ ਇੱਥੋਂ ਉਹ ਵਧੀਕੀਆਂ ਕਰਕੇ ਧੱਕੇ ਜੋਰੀ ਕਰਕੇ ਜਿਹੜਾ ਉਹ ਚਲੇ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਸੰਖ ਗਲਵਡ ਹੱਤਿਆ ਕਮਾਹੀ, ਅਨੇਕਾਂ ਹੀ ਖੂਨੀ ਮਨੁੱਖ ਦੂਜਿਆਂ ਦੇ ਗਲੇ ਵੱਢ ਰਹੇ ਨੇ, ਅਨੇਕਾਂ ਹੀ।
ਗਲੇ ਵੱਢਣ ਦਾ ਮਤਲਬ, ਚਲੋ ਮੈਂ ਥੋੜਾ ਜਿਹਾ ਇਸ਼ਾਰਾ ਦੇ ਦੇਵਾਂ, ਛੁਰੀ ਲੈ ਕੇ ਗਲੇ ਵੱਢਣ ਵਾਲੇ ਵੀ ਨਹੀਂ ਹੈ। ਕਈ ਜਿਹੜੇ ਨੇ ਇਹ ਮਤ ਸਮਝਣਾ ਵੀ ਛੁਰੀ ਲੈ ਕੇ ਹੀ ਵੱਢ ਰਹੇ ਨੇ। ਉਂਝ ਬੰਦਾ ਕਹਿੰਦਾ ਹੈ ਵੇਖੋ ਜੀ ਮੈਂ ਤੇ ਕੁਝ ਨਹੀਂ ਖਾਂਦਾ ਪੀਂਦਾ, ਤੇ ਲੱਖਾਂ ਰੁਪਈਆ ਦੂਜੇ ਦਾ ਦੱਬ ਕੇ ਬੈਠਾ ਹੋਇਆ, ਉਹਦਾ ਦੇ ਵੀ ਨਹੀਂ ਰਿਹਾ। ਕਿੰਨੇ ਹੀ ਨੇ ਜਿੰਨੇ ਦੂਜਿਆਂ ਦੀ ਖੂਨ ਪਸੀਨੇ ਦੀ ਕਮਾਈ ਜਿਹੜਾ ਖਾ ਜਾਂਦੇ ਨੇ। ਉਂਝ ਕਹਿੰਦੇ ਨੇ ਮੈਂ ਤਾਂ ਵੈਸ਼ਨੋ ਭਗਤਾਂ, ਬੋਲੋ ਰਾਮ ਰਾਮ, ਅਸੀਂ ਨਹੀਂ ਕੁਝ ਕਰਦੇ। ਹੱਦ ਹੋ ਗਈ ਭਾਈ। ਅਗਲਾ ਭਾਵੇਂ ਤੁਹਾਡੀ ਖਾਤਰ ਉਹ ਫਾਂਸੀ ਲੈ ਕੇ ਮਰ ਜਾਏ, ਫਾਹਾ ਲੈ ਕੇ ਮਰ ਜਾਏ, ਉਹਦਾ ਕੌਣ ਜ਼ਿੰਮੇਵਾਰ ਹੈ? ਮੇਰੇ ਮਾਲਕ ਪਾਤਸ਼ਾਹ ਕਹਿੰਦੇ ਨੇ ਕਿ ਅਸੰਖ ਪਾਪੀ ਪਾਪ ਕਰ ਜਾਹੇ। ਮੇਰੇ ਮਾਲਕ ਪਾਤਸ਼ਾਹ ਕਹਿੰਦੇ ਨੇ ਅਨੇਕਾਂ ਹੀ ਪਾਪੀ ਨੇ ਜੋ ਪਾਪ ਕਰ ਕਰਕੇ ਇਸ ਦੁਨੀਆ ਤੋਂ ਤੁਰ ਜਾਂਦੇ ਨੇ। ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪਖ ਖਾਹੇ। ਅਨੇਕਾਂ ਹੀ ਕੂੜਿਆਰ ਕਹਿੰਦੇ ਨੇ ਝੂਠੇ ਸੁਭਾਅ ਵਾਲੇ, ਝੂਠ ਬੋਲਣ ਵਾਲੇ, ਜਿਹੜੇ ਲਗਾਤਾਰ ਬੋਲ ਰਹੇ ਨੇ, ਉਹ ਵੀ ਇੱਥੇ ਹੀ ਨੇ। ਅਨੇਕਾਂ ਹੀ ਖੋਟੀ ਬੁੱਧੀ ਵਾਲੇ ਨੇ, ਮਲੇਸ਼ ਬੁੱਧੀ ਵਾਲੇ, ਮਲੀਨ ਮੱਤ ਵਾਲੇ, ਜੋ ਅਖਾਜ ਹੀ ਖਾਈ ਜਾਂਦੇ ਨੇ, ਜੋ ਨਹੀਂ ਖਾਣਾ ਉਹ ਵੀ ਖਾਈ ਜਾ ਰਹੇ ਨੇ। ਅਸੰਖ ਨਿੰਦਕ ਸਿਰ ਕਰੈ ਭਾਰ। ਅਨੇਕਾਂ ਹੀ ਨਿੰਦਕ ਨਿੰਦਿਆ ਕਰਕੇ ਆਪਣੇ ਸਿਰ ਉੱਤੇ ਨਿੰਦਿਆ ਦਾ ਭਾਰ ਚੁੱਕ ਰਹੇ ਨੇ। ਨਿੰਦਿਆ ਦੀਆਂ ਪੰਡਾਂ ਬੰਨੀਆਂ ਹੋਈਆਂ ਉਹਨਾਂ ਨੇ, ਤੇ ਨਾਲ ਹੀ ਕਹਿਣਗੇ ਮੈਂ ਤੁਹਾਨੂੰ ਹੀ ਦੱਸ ਰਹੀ ਹਾਂ, ਇਹ ਗੁਆਂਢਣ ਨੂੰ ਨਾ ਦੱਸਣਾ। ਤੇ ਉਹ ਸਾਰੇ ਮਹੱਲੇ 'ਚ ਗੱਲ ਫੈਲ ਜਾਂਦੀ ਹੈ। ਕਿਵੇਂ ਫੈਲ ਗਈ ਭਾਈ? ਪਤਾ ਹੀ ਨਹੀਂ ਲੱਗਿਆ। ਸਾਰੇ ਮਹੱਲੇ 'ਚ ਪਤਾ ਲੱਗ ਜਾਂਦਾ ਹੈਗਾ। ਹੁਣ ਕਿੰਨਾ ਕੁ ਭਾਰ ਸਿਰ 'ਤੇ ਹੋਏਗਾ ਉਹ ਵੇਖ ਲਓ ਤੁਸੀਂ। ਭਾਈ ਨਿੰਦਿਆ ਭਲੀ ਕਿਸੇ ਕੀ ਨਹੀਂ, ਨਹੀਂ ਨਹੀਂ ਨਹੀਂ, ਕਿਸੇ ਨੇ ਨਿੰਦਿਆ ਨਹੀਂ ਕਰਨੀ ਚਾਹੀਦੀ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮੇਰੇ ਮਾਲਕ ਕਿ ਯਾਦ ਰੱਖੋ ਕਿ ਹੇ ਨਿਰੰਕਾਰ ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮ ਕਰ ਰਹੇ ਨੇ, ਤੇ ਮੇਰੀ ਤਾਕਤ ਹੈ ਕਿ ਮੇਰੀ ਕੀ ਤਾਕਤ ਹੈ ਕਿ ਤੇਰੀ ਕੁਦਰਤ ਦੀ ਮੈਂ ਵਿਚਾਰ ਕਰ ਸਕਾਂ। ਨਾਨਕ ਵਿਚਾਰਾ ਤਾਂ ਨਾਨਕ ਨੀਚ ਕਹਿ ਵਿਚਾਰ। ਨਾਨਕ ਵਿਚਾਰਾ ਤਾਂ ਇਹ ਉੱਪਰਲੀ ਤੁੱਝ ਜਿਹੀ ਵਿਚਾਰ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹੈਗਾ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਮੇਰੇ ਮਾਲਕ ਜੀਓ ਮੈਂ ਤੁਹਾਡੇ ਤੋਂ ਜਿਹੜਾ ਹੈ ਉਹ ਇੱਕ ਵਾਰ ਵੀ ਬਲਿਹਾਰ ਜਾਣ ਜੋਗਾ ਨਹੀਂ, ਬਸ ਤੇਰੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲਾ ਹੈ। ਜੋ ਤੁਹਾਨੂੰ ਭਾਉਂਦਾ ਹੈ ਉਹ ਮੈਨੂੰ ਪ੍ਰਵਾਨ ਹੈ। ਇਸ ਪੌੜੀ ਦੀ ਵਿਸਥਾਰ ਨਾਲ ਚਰਚਾ ਸਤਿਕਾਰਯੋਗ ਵੀਰ ਜੀ ਆਪ ਜੀ ਨੂੰ ਸੁਣਾਉਣਗੇ ਜੀ। ਹਾਂਜੀ, ਬੜਾ ਪਿਆਰਾ ਬਚਨ ਵੀਰ ਜੀ ਨੇ ਕਿਹਾ ਹੈ ਕਿ ਸਤਿਗੁਰੂ ਜੀ ਨੇ ਦੋ ਹਿੱਸਿਆਂ ਵਿੱਚ ਵੰਡ ਕੀਤੀ। ਇੱਕ ਉਹ ਜੋ ਅਸੰਖ ਜਪ ਦੀ ਪੌੜੀ ਦੇ ਵਿੱਚ ਨੇ, ਜੋ ਕੁਝ ਨਾ ਕੁਝ ਧਰਮ ਦੇ ਕਾਰਜ ਕਰਨ ਦਾ ਯਤਨ ਕਰ ਰਹੇ ਨੇ, ਜੋ ਜੀ ਉਹਦੀ ਸਮਝ ਹੈ। ਦੂਜੇ ਉਹ ਜੋ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਹੁਣ ਆਪਾਂ ਇਹ ਸੋਚੀਏ ਵੀ ਦੋਹਾਂ ਵਿੱਚੋਂ ਮੈਂ ਕਿਹਦੇ ਵਿੱਚ ਸ਼ਾਮਲ ਹੈ, ਮੇਰੀ ਗਿਣਤੀ ਕਿਹਦੇ ਵਿੱਚ ਆਏਗੀ? ਮੇਰੇ ਵਰਗਾ ਸੋਚਦਾ ਹੈ ਅਸੰਖ ਜਪ, ਆਪਾਂ ਤਾਂ ਜਪਜੀ ਸਾਹਿਬ ਦਾ ਪਾਠ ਕੀਤਾ ਸੀ, ਮੈਂ ਤਾਂ ਉੱਧਰ ਹੀ ਹਾਂ। ਪੂਜਾ ਹਾਂ ਆਪਾਂ ਵੀ ਮੱਥਾ ਟੇਕਦੇ ਹਾਂ, ਆਪਾਂ ਵੀ ਪਰਿਕਰਮਾ ਕਰਦੇ ਹਾਂ ਆਪਣੇ ਮੁਤਾਬਕ, ਉੱਧਰ ਹੈ। ਅਸੰਖ ਗ੍ਰੰਥ ਮੁਖ ਵੇਦ ਪਾਠ ਸਾਡੇ ਵਰਗੇ ਪਾਠੀ ਸਿੰਘ ਉਹ ਤੇ ਕਹਿਣਗੇ ਲੈ ਆਪਾਂ ਤਾਂ ਬਹੁਤ ਪਾਠ ਕਰਦੇ ਹਾਂ, ਸਾਡੀ ਤੇ ਗਿਣਤੀ ਉੱਧਰ ਹੀ ਹੈ। ਤੇ ਜੇ ਆਵੇ ਅਸੰਖ ਮੂਰਖ ਅੰਧ ਘੋਰ, ਨਾ ਨਾ ਅਸੀਂ ਕਿੱਥੇ ਮੂਰਖ। ਲੋਕੀ ਜੇ ਸਾਨੂੰ ਕਹਿੰਦੇ ਗਿਆਨੀ ਜੀ, ਅਸੀਂ ਤਾਂ ਗਿਆਨ ਵਾਲੇ ਹਾਂ। ਲੋਕੀ ਜੇ ਸਲਾਹਾਂ ਪੁੱਛਦੇ ਨੇ, ਪੜ੍ਹਿਆ ਲਿਖਿਆ ਮਨੁੱਖ ਜਿਹੜਾ ਹੈ ਉਹ ਆਪਣੇ ਆਪ ਨੂੰ ਮੂਰਖ ਥੋੜ੍ਹਾ ਨਾ ਕਹੇਗਾ। ਮੈਂ ਤੇ ਡਾਕਟਰ ਸਾਹਿਬ ਕਹਿੰਦੇ ਨੇ, ਮੈਂ ਤੇ ਵਕੀਲ ਹੈ। ਉਹ ਸੋਚੇਗਾ ਵੀ ਇੱਥੇ ਸ਼ਾਇਦ ਉਹਦੀ ਗੱਲ ਹੈ ਜਿਹਦਾ ਦਿਮਾਗ ਕੰਮ ਨਹੀਂ ਕਰਦਾ। ਸਤਿਗੁਰੂ ਜੀ ਕਹਿਣ ਲੱਗੇ ਧਿਆਨ ਦੇ ਨਾਲ ਪੜ੍ਹ, ਹੋ ਸਕਦਾ ਤੇਰੀ ਉਹ ਗੱਲ ਹੋਵੇ। ਸੱਚੇ ਪਾਤਸ਼ਾਹ ਕਿਵੇਂ? ਅਸੀਂ ਤੇ ਮੂਰਖ ਉਹਨੂੰ ਕਹਿੰਦੇ ਆ ਨਾ ਜਿਹਦਾ ਦਿਮਾਗ ਕੰਮ ਨਾ ਕਰੇ, ਤੁਸੀਂ ਕਿਹਨੂੰ ਕਹਿੰਦੇ ਹੋ? ਹਜ਼ੂਰ ਕਹਿਣ ਲੱਗੇ ਤੈਨੂੰ ਆਪਣੀ ਪੜ੍ਹਾਈ ਉੱਤੇ ਮਾਣ ਹੈ,
ਮੈਂ ਪੜ੍ਹਾਈ ਜਾਂ ਅਨਪੜ੍ਹ ਦੀ ਗੱਲ ਨਹੀਂ ਕੀਤੀ ਇੱਥੇ। ਮੈਂ ਤੇ ਵੇਖਿਆ ਅੰਦਰ ਕੀ ਹੈ। ਇੱਕ ਅਨਪੜ੍ਹ ਮਨੁੱਖ ਦੂਜਿਆਂ ਦੀ ਮਦਦ ਕਰ ਰਿਹਾ, ਇੱਕ ਅਨਪੜ੍ਹ ਮਨੁੱਖ ਕਿਸੇ ਦਾ ਹਿੱਸਾ ਨਹੀਂ ਖਾ ਰਿਹਾ, ਤੇ ਇੱਕ ਪੜ੍ਹਿਆ ਲਿਖਿਆ ਡਾਕਟਰ ਜਿਹੜਾ ਹੈ ਉਹ ਕਿਡਨੀ ਵੇਚ ਕੇ ਹੀ ਖਾ ਗਿਆ। ਇੱਕ ਪੜ੍ਹਿਆ ਲਿਖਿਆ ਡਾਕਟਰ ਜਿਹੜਾ ਹੈਗਾ ਉਹਨੇ ਆਪਰੇਸ਼ਨ ਕਰਨ ਦੇ ਲਈ ਲੱਖਾਂ ਰੁਪਏ ਡਕਾਰ ਲਏ। ਉਹਦੇ ਸਾਹਮਣੇ ਤੜਪ ਤੜਪ ਕੇ ਕੋਈ ਮਰ ਜਾਏ, ਉਹ ਕਹਿੰਦਾ ਪਹਿਲਾਂ ਫੀਸ ਜਮ੍ਹਾਂ ਕਰਾਓ ਫਿਰ ਮੈਂ ਹੱਥ ਲਾਵਾਂਗਾ। ਮਰਦਾ ਤੇ ਮਰੇ ਪਿਆ। ਦੋ ਸਾਹਮਣੇ ਆ ਗਏ ਨੇ, ਇੱਕ ਪੜ੍ਹਿਆ ਲਿਖਿਆ ਹੈ, ਇੱਕ ਉਹ ਹੈ। ਫਿਰ ਮੂਰਖ ਕੌਣ ਹੈ? ਸਤਿਗੁਰ ਦੇ ਬਚਨ ਨੇ, ਪੜ੍ਹਿਆ ਮੂਰਖ ਆਖੀਐ, ਪੜ੍ਹਿਆ ਮੂਰਖ ਆਖੀਐ, ਪੜਿਆ ਮੂਰਖ ਆਖੀਐ, ਪੜਿਆ ਮੂਰਖ ਆਖੀਐ। ਜਿਸ ਲੱਭ ਲੋਭ ਅਹੰਕਾਰਾ, ਜਿਸ ਲੱਭ ਲੋਭ ਅਹੰਕਾਰਾ, ਜਿਸ ਲੱਭ ਲੋਭ ਅਹੰਕਾਰਾ, ਜਿਸ ਲੱਭ ਲੋਭ ਅਹੰਕਾਰਾ। ਡਿਗਰੀ ਨਹੀਂ ਦੇਖੀ, ਅੰਦਰ ਕੁਆਲਿਟੀ ਵੇਖੀ ਹੈ। ਉਹ ਪੜ੍ਹਿਆ ਹੋਇਆ ਵੀ ਮੂਰਖ ਹੈ ਜਿਹਦੇ ਅੰਦਰ ਲੋਭ ਹੈ। ਹੁਣ ਲੋਭ ਕਰਕੇ ਸਭ ਕੁਝ ਹੋ ਰਿਹਾ ਨਾ। ਇਹ ਜਿਹਦੇ ਅੰਦਰ ਅਹੰਕਾਰ ਹੈ, ਬੇਸ਼ੱਕ ਲੋਕੀ ਗਿਆਨੀ ਜੀ ਕਹੀ ਜਾਣ, ਜੇ ਉਹਦੇ ਅੰਦਰ ਅਹੰਕਾਰ ਹੈ ਤੇ ਮੇਰੇ ਮਾਲਕ ਕਹਿੰਦੇ ਉਹ ਮੂਰਖ ਹੈ। ਵੀਰ ਜੀ ਨੇ ਬਹੁਤ ਵਿਸਥਾਰ ਨਾਲ ਗੱਲ ਕੀਤੀ। ਮੈਂ ਅਗਲੀ ਗੱਲ ਕਰਨਾ ਚਾਹੁੰਦਾ ਹੈ। ਚੋਰ, ਸੱਚੇ ਪਾਤਸ਼ਾਹ ਚਲੋ ਮੰਨ ਲਿਆ ਅਸੀਂ ਲੋਭੀ ਹਾਂ, ਚੋਰ ਤੇ ਨਹੀਂ ਹੈਗੇ। ਅਸੀਂ ਕਿਹੜਾ ਕਿਸੇ ਦੀ ਚੀਜ਼ ਚੁੱਕੀ ਹੈ? ਸ਼ਾਇਦ ਜਿਹਨੇ ਭੁੱਖ ਦੇ ਕਰਕੇ ਰੋਟੀ ਚੁਰਾ ਲਈ ਉਹਦੀ ਗੱਲ ਹੋਏਗੀ, ਕਿਹਨੇ ਕਿਹਦੇ ਪੈਸੇ ਚੁੱਕ ਲਏ ਉਹਦੀ ਗੱਲ ਹੋਏਗੀ। ਹਜ਼ੂਰ ਕਹਿਣ ਲੱਗੇ ਨਹੀਂ, ਮੈਂ ਉਹਦੀ ਚੋਰ ਦੀ ਗੱਲ ਨਹੀਂ ਕੀਤੀ। ਸੱਚੇ ਪਾਤਸ਼ਾਹ ਵੀ ਤੁਸੀਂ ਕਿਹਨੂੰ ਚੋਰ ਕਹਿੰਦੇ ਆ? ਹਜ਼ੂਰ ਕਹਿਣ ਲੱਗੇ ਇੱਥੇ ਤਾਂ ਅਧਿਆਤਮਿਕ ਜੀਵਨ ਦੀ ਗੱਲ ਚੱਲ ਰਹੀ ਹੈ। ਤੇ ਤਸਕਰ ਜੋ ਨਾਮ ਨ ਲੇਵੈ, ਤੇ ਤਸਕਰ ਜੋ ਨਾਮ ਨ ਲੇਵੈ, ਤੇ ਤਸਕਰ ਜੋ ਨਾਮ ਨ ਲੇਵੈ, ਤੇ ਤਸਕਰ ਜੋ ਨਾਮ ਨ ਲੇਵੈ। ਉਹ ਹੈ ਤਸਕਰੀ ਕਰਨ ਵਾਲੇ ਜੋ ਪ੍ਰਭੂ ਦਾ ਨਾਮ ਨਹੀਂ ਲੈਂਦੇ। ਤੂੰ ਲੈਣਾ ਪ੍ਰਭੂ ਦਾ ਨਾਮ? ਜੇ ਨਹੀਂ ਲੈਂਦਾ ਤੈਨੂੰ ਚੋਰ ਕਿਹਾ ਮੈਂ। ਸਤਿਗੁਰ ਦੇ ਪਾਵਨ ਬਚਨ ਨੇ, ਗੁਰ ਸੇਵ ਨ ਪਾਈ ਸੇ ਚੋਰ ਚੋਰ, ਗੁਰ ਸੇਵ ਨ ਪਾਈ ਸੇ ਚੋਰ ਚੋਰ, ਗੁਰ ਸੇਵ ਨ ਪਾਈ ਸੇ ਚੋਰ ਚੋਰ, ਗੁਰ ਸੇਵ ਨ ਪਾਈ ਸੇ ਚੋਰ ਚੋਰ। ਜਿਨ੍ਹਾਂ ਨੂੰ ਗੁਰੂ ਦੀ ਸੇਵਾ ਭਾਉਂਦੀ ਨਹੀਂ, ਚੰਗੀ ਨਹੀਂ ਲੱਗਦੀ, ਉਹ ਚੋਰ ਨੇ। ਮੈਂ ਤੇ ਉਹਨਾਂ ਨੂੰ ਕਿਹਾ ਸਾਨੂੰ ਗੁਰੂ ਦੀ ਸੇਵਾ ਚੰਗੀ ਲੱਗਦੀ ਹੈ। ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਸ਼ਬਦ ਵਿਚਾਰ। ਸਾਨੂੰ ਚੰਗਾ ਲੱਗਦਾ? ਨਹੀਂ ਚੰਗਾ ਲੱਗਦਾ ਤੇ ਚੋਰ ਸਾਨੂੰ ਹੀ ਕਿਹਾ। ਸੱਚੇ ਪਾਤਸ਼ਾਹ ਫਿਰ ਆਪਾਂ ਹਰਾਮਖੋਰ ਵੀ ਹੈਗੇ ਆ। ਵੈਸੇ ਮੈਂ ਦੁਕਾਨ ਤੇ ਜਾਂਦਾ, ਮੈਂ ਕੰਮ ਕਰਦਾ, ਬੰਦਾ 5 ਰੁਪਏ ਦੀ ਚੀਜ਼ 100 ਰੁਪਏ ਦੀ ਵੇਚ ਦਿੰਦਾ, ਪਰ ਆਪਣੇ ਆਪ ਨੂੰ ਚੋਰ ਨਹੀਂ ਕਹਿੰਦਾ। ਕਹਿੰਦਾ ਮੈਂ ਤਾਂ ਬਿਜ਼ਨਸਮੈਨ ਹਾਂ, ਆਪਾਂ ਤਾਂ ਮਿੱਟੀ ਵੀ ਵੇਚ ਦਿੱਤੀ ਹੈ। ਚੋਰ ਤੇ ਨਹੀਂ ਕਹਿੰਦਾ ਨਾ ਆਪਣੇ ਆਪ ਨੂੰ, ਕਲਾਕਾਰ ਕਹਿੰਦਾ। ਹੁਣ ਜੋ ਸਤਿਗੁਰ ਜੀ ਦੀ ਦ੍ਰਿਸ਼ਟੀ ਦੇ ਨਾਲ ਵੇਖਾਂਗੇ ਨਾ, ਤੇ ਹਜ਼ੂਰ ਪਤਾ ਕੀ ਕਹਿੰਦੇ ਨੇ? ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ। ਉਹਨੂੰ ਲੂਣ ਹਰਾਮ ਕਿਹਾ ਜਿਹਨੇ ਰੱਬ ਨੇ ਕੀਤਾ, ਉਹਨੂੰ ਜਾਣਿਆ ਹੀ ਨਹੀਂ। ਰੱਬ ਨੇ ਕਿੰਨਾ ਕੁਝ ਸਾਨੂੰ ਦਿੱਤਾ ਹੈ, ਉਹਨੂੰ ਜਾਣਿਆ ਸੀ। ਇਹ ਹਰਾਮਖੋਰਾਂ ਦੀ ਹੀ ਤਾਂ ਨਿਸ਼ਾਨੀ ਹੈ। ਇੱਥੇ ਤੇ ਰੱਬ ਤੋਂ ਟੁੱਟਿਆ ਹੋਇਆਂ ਦੀ ਗੱਲ ਚੱਲ ਰਹੀ ਹੈ। ਹੁਣੇ ਗੱਲ ਚੱਲ ਰਹੀ ਸੀ ਪਾਪੀਆਂ ਦੀ, ਹੁਣੇ ਗੱਲ ਚੱਲ ਰਹੀ ਗਲਾ ਵੱਢਣ ਦੀ। ਹੁਣ ਜੇ ਜੀਵ ਹੱਤਿਆ ਦੀ ਗੱਲ ਕਰੀਏ ਤੇ ਸਾਰੇ ਜੀਵ ਹਥਿਆਰੇ ਤਾਂ ਹੈਗੇ ਹੀ ਹੈ ਕਿ ਨਹੀਂ ਹੈਗੇ? ਸਾਹ ਲੈ ਰਹੇ ਕਿ ਨਹੀਂ ਲੈ ਰਹੇ? ਲੈ ਰਹੇ ਆ ਨਾ। ਕੀ ਗੱਲ, ਜੀਵ ਨਹੀਂ ਮਰਦੇ? ਮਰਦੇ ਆ। ਆਪਾਂ ਤੁਰਦੇ ਕਿ ਨਹੀਂ ਤੁਰਦੇ? ਕਿ ਜੀਵ ਮਰਦੇ ਆ ਕਿ ਨਹੀਂ ਮਰਦੇ? ਮਰਦੇ ਆ। ਪੜ੍ਹੇ ਲਿਖੇ ਬੈਠੇ ਆ ਆਪਾਂ। ਦਹੀਂ ਦੇ ਵਿੱਚ ਸਕੂਲਾਂ ਵਿੱਚ ਬੈਕਟੀਰੀਆ ਵਿਖਾਇਆ ਹੀ ਹੋਣਾ। ਕਿੰਨੇ ਹੁੰਦੇ ਹੈ? ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਹੁੰਦੇ ਹੈ। ਆਪਾਂ ਖਾਂਦੇ ਨਹੀਂ ਸਵੇਰੇ। ਇਸ ਭੁਲੇਖੇ ਵਿੱਚ ਤੋਂ ਆਪਾਂ ਨਿਕਲ ਜਾਈਏ ਵੀ ਆਪਾਂ ਨਹੀਂ ਕਿਸੇ ਦੀ ਹੱਤਿਆ ਕਰਦੇ, ਸਾਰੇ ਹੀ ਹੱਤਿਆਰੇ ਹੈ। ਇਹ ਕੁਦਰਤ ਦਾ ਨਿਯਮ ਹੀ ਐਸਾ ਹੈ, ਇੱਕ ਨੂੰ ਜੀਣ ਲਈ ਦੂਜੇ ਦਾ ਕਤਲ ਹੁੰਦਾ ਹੀ ਹੈ। ਪਰ ਇੱਥੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਨਾ, ਉਹ ਹੋਰ ਗਹਿਰੀ ਹੈ, ਹੋਰ ਅਗਲੀ ਗੱਲ ਹੈ।
ਚਾਰ ਸ਼੍ਰੇਣੀਆਂ ਨੇ, ਅੰਡਜ, ਜੇਰਜ, ਸੇਤਜ, ਉਤਪੁਜ। ਉਤਪੁਜ ਵਿੱਚ ਕੀ ਹੈ? ਸਾਰੀ ਬਨਸਪਤੀ ਵਿੱਚ ਮੂਲੀ ਵੀ ਹੈ, ਵਿੱਚ ਗਾਜਰ ਵੀ ਹੈ, ਉਹ ਵੀ ਵੱਧਦੀ ਹੈ, ਉਹ ਵੀ ਫੁੱਲਦੀ ਹੈ। ਖਾਂਦੇ ਨਹੀਂ ਆਪਾਂ ਲੋਕ, ਖਾਂਦੇ ਹਾਂ ਆਪਾਂ ਲੋਕ। ਫਿਰ ਵੀ ਚਲੋ ਇਹ ਤਾਂ ਹੋ ਸਕਦਾ ਸਾਨੂੰ ਸਮਝ ਨਾ ਆਵੇ, ਆਲ ਆਊਟ ਤਾਂ ਲਾਉਂਦੇ ਹੋਵਾਂਗੇ ਆਪਣੇ ਘਰਾਂ 'ਚ, ਮੱਛਰ ਮਾਰਨ ਲਈ ਲਾਉਂਦੇ ਆ ਆਪਾਂ, ਹੋਰ ਕਾਹਦੇ ਲਈ ਲਾਉਂਦੇ ਆ? ਨਹੀਂ ਮਾਰਦੇ ਕਿ ਮੱਖੀਆਂ ਨਹੀਂ ਮਾਰਦੇ ਘਰਾਂ 'ਚ, ਚੂਹੇ ਨਹੀਂ ਮਾਰਦੇ ਘਰਾਂ ਵਿੱਚ। ਪੋਚਾ ਕਾਹਦੇ ਵਾਸਤੇ ਲਾਉਂਦੇ ਹਾਂ ਅਸੀਂ? ਕੀਟਾਣੂ ਮਾਰਨ ਵਾਸਤੇ ਲਾਉਂਦੇ ਹਾਂ। ਸੋ ਇਹ ਤਾਂ ਖਿਆਲ ਕੱਢੋ ਨਾ ਵੀ ਆਪਾਂ ਨਹੀਂ ਕਿਸ ਨੂੰ ਮਾਰਦੇ ਹੀ ਹਾਂ। ਪਰ ਇੱਥੇ ਜਿਹੜੀ ਗੱਲ ਚੱਲ ਰਹੀ ਹੈ ਹੋਰ ਗਹਿਰੀ ਹੈ। ਸੱਚੇ ਪਾਤਸ਼ਾਹ ਤੁਸੀਂ ਕਿਸ ਨੂੰ ਕਹਿ ਰਹੇ ਹੋ? ਅਸੰਖ ਗਲਵੜ ਹੱਤਿਆ ਕਮਾਹੀ। ਸਤਿਗੁਰੂ ਜੀ ਕਹਿਣ ਲੱਗੇ ਤੇਰੀ ਉਹ ਗੱਲ ਹੈ। ਸੱਚੇ ਪਾਤਸ਼ਾਹ ਮੈਂ ਕਿਹਦਾ ਗਲਾ ਵੱਢਿਆ? ਕਹਿੰਦੇ ਆਪਣਾ ਗਲਾ ਵੱਢਿਆ। ਤੂੰ ਕਸਾਈ ਹੈ, ਤੂੰ ਆਪਣਾ ਗਲਾ ਵੱਢਿਆ। ਸੱਚੇ ਪਾਤਸ਼ਾਹ ਮੈਂ ਕੀ ਵੱਢਿਆ? ਮਨੁੱਖਾ ਜਨਮ ਮਿਲਿਆ ਇੰਨਾ ਕੀਮਤੀ ਤੇ ਗਾਲ ਦਿੱਤਾ। ਇਹਨਾਂ ਅੱਖਾਂ ਦੇ ਗੁਣ ਤੂੰ ਗਾਲ ਦਿੱਤੇ, ਕੰਨਾਂ ਦੇ ਗੁਣ ਤੂੰ ਗਾਲ ਦਿੱਤੇ, ਜ਼ਬਾਨ ਦੇ ਗੁਣ ਤੂੰ ਗਾਲ ਦਿੱਤੇ। ਤੇਰੇ ਤੋਂ ਵੱਡਾ ਕਸਾਈ ਕਿਹੜਾ? ਸਾਰਾ ਕੁਝ ਖਤਮ ਕਰ ਦਿੱਤਾ। ਸਤਿਗੁਰ ਦੇ ਪਾਵਨ ਬਚਨ ਨੇ ਹਜ਼ੂਰ ਕਹਿੰਦੇ ਮਾਨ ਮੁਖ ਅੰਧੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਆਪਣੀ ਆਤਮਾ ਦਾ ਘਾਤ ਕਰਨ ਵਾਲਾ ਹੈ, ਆਪਣਾ ਘਾਤ ਕਰਨ ਵਾਲਾ, ਆਪਣਾ ਮਨੁੱਖਾ ਜੀਵਨ ਦਾ ਘਾਤ ਕਰਨ ਵਾਲਾ ਹੈ, ਇਨਸਾਨੀਅਤ ਦਾ ਘਾਤ ਕਰਨ ਵਾਲਾ ਹੈ। ਮੈਂ ਤਾਂ ਉਹਨਾਂ ਦੀ ਗੱਲ ਕੀਤੀ। ਪੁੱਠੇ ਰਾਹਾਂ ਤੇ ਜੋ ਵੀ ਤੁਰ ਰਹੇ ਨੇ ਉਹ ਆਹੀ ਤੇ ਹੈਗੇ ਨੇ। ਪਾਪੀਆਂ ਦੀ ਗੱਲ ਕੀਤੀ। ਸਤਿਗੁਰੂ ਜੀ ਤੁਸੀਂ ਪਾਪੀ ਕਿਹਨੂੰ ਕਹਿੰਦੇ ਹੋ? ਹਜ਼ੂਰ ਕਹਿਣ ਲੱਗੇ ਜੇ ਅੱਜ ਦੀ ਸਿੱਖ ਪੁੱਛੇ ਜਾ ਕੇ ਤੇ ਸਤਿਗੁਰੂ ਕਹਿਣਗੇ ਤੂੰ ਗੁਰਦੁਆਰਾ ਸਾਹਿਬ ਜਾਂਦਾ ਨਹੀਂ ਜਾਂਦਾ, ਤੇਰੀ ਉਹ ਗੱਲ ਹੈ। ਤੂੰ ਨਿਤਨੇਮ ਦਾ ਪਾਠ ਕਰਦਾ ਨਹੀਂ ਕਰਦਾ, ਤੇਰੀ ਉਹ ਗੱਲ ਹੈ। ਤੈਨੂੰ ਕੀਰਤਨ ਚੰਗਾ ਲੱਗਦਾ, ਵਿਚਾਰ ਚੰਗੀ ਲੱਗਦੀ ਹੈ ਨਹੀਂ ਲੱਗਦੀ, ਤੇਰੀ ਉਹ ਗੱਲ ਹੈ। ਸੱਚੇ ਪਾਤਸ਼ਾਹ ਨਾਲ ਪਾਪੀ ਦਾ ਕੀ ਸੰਬੰਧ ਹੈ? ਹਜ਼ੂਰ ਕਹਿਣ ਲੱਗੇ ਤੂੰ ਗੁਰਬਾਣੀ ਪੜ੍ਹ, ਗੁਰਬਾਣੀ ਤੈਨੂੰ ਦੱਸੇਗੀ ਪਾਪੀ ਭਗਤ ਨ ਭਾਵਈ, ਪਾਪੀ ਭਗਤ ਨ ਭਾਵਈ, ਪਾਪੀ ਭਗਤ ਨ ਭਾਵਈ, ਪਾਪੀ ਭਗਤ ਨ ਭਾਵਈ। ਪਾਪੀ ਨੂੰ ਰੱਬ ਦੀ ਭਗਤੀ ਚੰਗੀ ਲੱਗਦੀ ਹੀ ਨਹੀਂ। ਹਰ ਪੂਜਾ ਨਾ ਸੁਹਾਏ, ਹਰ ਪੂਜਾ ਨਾ ਸੁਹਾਏ, ਹਰ ਪੂਜਾ ਨਾ ਸੁਹਾਏ, ਹਰ ਪੂਜਾ ਨਾ ਸੁਹਾਏ। ਹਰੀ ਦੀ ਪੂਜਾ ਉਹਨੂੰ ਚੰਗੀ ਲੱਗਦੀ ਉਹ ਨਹੀਂ, ਉਹਨੂੰ ਉਬਾਸੀਆਂ ਆਉਣਗੀਆਂ, ਦਿਲ ਕਾਹਲਾ ਪਏਗਾ, ਉੱਠ ਕੇ ਜਾਣ ਨੂੰ ਜੀ ਕਰੇਗਾ। ਬੜਾ ਲੰਮਾ ਹੋ ਗਿਆ ਦੀਵਾਨ, 5 ਮਿੰਟ ਜ਼ਿਆਦਾ ਹੋ ਗਏ, 4 ਮਿੰਟ ਜ਼ਿਆਦਾ ਹੋ ਗਏ। ਹੁਣ ਇਹ ਪਾਪੀਆਂ ਦੀ ਨਿਸ਼ਾਨੀ ਹੋਈ ਹੈ। ਸੁਭਾਅ ਮਨੁੱਖ ਦਾ ਹੋ ਗਿਆ ਮੱਖੀ ਵਰਗਾ। ਇੱਥੇ ਸਿਨੇਮਾ ਘਰ ਤੇ ਹਾਊਸਫੁੱਲ, ਧਾਰਮਿਕ ਸਥਾਨ, ਉੱਥੇ ਅਨਾਉਂਸਮੈਂਟ ਕਰਨੀ ਪੈਂਦੀ ਹੈ, ਸਮਾਗਮ ਹੈ, ਫਿਰ ਬੁਲਾਉਣਾ ਪੈਂਦਾ ਨਾਮੀ ਜਥਿਆਂ ਨੂੰ, ਤਾਂ ਆਉਣਗੇ, ਉੱਦਾਂ ਆਉਣਾ ਹੀ ਨਹੀਂ। ਦੇਖੋ ਕੈਸੀ ਗੱਲ ਹੈ। ਆਪਾਂ ਨਾਮੀ ਸੁਣ ਕੇ ਆ ਰਹੇ ਹਾਂ, ਆਪਾਂ ਨਾਮ ਨੂੰ ਸੁਣਨ ਤੇ ਆ ਹੀ ਨਹੀਂ ਰਹੇ। ਨਾਮੀ ਜਥਿਆਂ ਵਾਸਤੇ ਆ ਰਹੇ ਹਾਂ। ਅਸੀਂ ਬੰਦਿਆਂ ਨਾਲ ਜੁੜੇ ਹੋਏ ਹਾਂ ਕਿ ਰੱਬ ਦੀ ਬੰਦਗੀ ਨਾਲ ਜੁੜੇ ਹੋਏ ਹਾਂ? ਬੰਦਗੀ ਨਾਲ ਜੁੜਨਾ ਹੈ। ਇਹ ਤਾਂ ਹੀ ਹੋਏਗਾ ਜੇ ਸਾਨੂੰ ਰੱਬ ਦੀ ਭਗਤੀ ਚੰਗੀ ਲੱਗੇਗੀ, ਨਹੀਂ ਤੇ ਪਾਪੀਆਂ ਆਪਾਂ। ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਮਾਖੀ ਚੰਦਨ ਪਰ ਹਰੈ, ਮੱਖੀ ਨੇ ਚੰਦਨ ਨੂੰ ਤਿਆਗ ਦੇਣਾ ਹੈ, ਪਰ ਜਿੱਥੇ ਗੰਦਗੀ ਹੋਏਗੀ, ਜਾਂ ਬਿਗੰਧ ਤਾਂ ਜਾਏ, ਉੱਥੇ ਤੇ ਜਾ ਕੇ ਡੇਰੇ ਲਾ ਲਏਗੀ। ਸਾਡਾ ਹਾਲ ਇਹੀ ਨਹੀਂ ਹੈ। ਨਾਟਕ ਚੇਟਕ ਲਈ ਤਾਂ ਢੇਰ ਲੱਗਾ ਹੁੰਦਾ ਐਨ ਦੇਖਣ ਲਈ। ਜਦੋਂ ਕੀਰਤਨ ਆ ਰਿਹਾ ਹੁੰਦਾ, ਕਈ ਵਾਰ ਕਮਰੇ 'ਚ ਟੀਵੀ ਖਾਲੀ ਹੋ ਚੱਲਦਾ ਹੁੰਦਾ, ਉੱਥੇ ਕੋਈ ਬੈਠਾ ਹੀ ਨਹੀਂ ਹੁੰਦਾ। ਉਹਨਾਂ ਨੂੰ ਕਿਹਾ ਪਾਪੀ। ਆਓ ਆਪਾਂ ਇਹ ਗੱਲ ਸਮਝੀਏ, ਨਿੰਦਕ ਕਿਸ ਨੂੰ ਕਿਹਾ? ਵੀਰ ਜੀ ਗੱਲ ਕਰ ਰਹੇ ਸਨ, ਆਪਾਂ ਕਿੰਨਾ ਭਾਰ ਚੁੱਕਿਆ ਹੋਇਆ ਹੈ। ਮਾਲਕ ਰਹਿਮਤ ਕਰੇ, ਆਪਾਂ ਇਹਨਾਂ ਬਿਮਾਰੀਆਂ ਤੋਂ ਬਚੀਏ। ਸੱਚੇ ਪਾਤਸ਼ਾਹ ਰਹਿਮਤ ਕਰ। ਦੇਖੋ ਸਤਿਗੁਰ ਦੀ ਨਿਮਰਤਾ ਵੇਖੋ, ਤੇ ਆਪਣੇ ਵੱਲ ਅਸੀਂ ਵੇਖੀਏ। ਜਦੋਂ ਚੰਗੇ ਪੱਖ ਦੀ ਗੱਲ ਕੀਤੀ ਨਾ, ਸੰਖ ਜਪ, ਉੱਥੇ ਨਾਨਕ ਸ਼ਬਦ ਹੀ ਨਹੀਂ ਹੈਗਾ, ਆਪਣੇ ਆਪ ਨੂੰ ਸ਼ਾਮਲ ਹੀ ਨਹੀਂ ਕੀਤਾ।
ਪਰ ਜਦੋਂ ਹਨੇਰੇ ਪੱਖ ਦੀ ਗੱਲ ਕੀਤੀ, ਅਸੰਖ ਮੂਰਖ ਅੰਧਕੌਰ, ਉੱਥੇ ਨਾਨਕ ਸ਼ਬਦ ਵਰਤਿਆ ਤੇ ਨਾਲ ਸ਼ਬਦ ਨੀਚ ਲਗਾਤਾ। ਕਿੰਨੀ ਨਿਮਰਤਾ ਹੈ ਗੁਰੂ ਨਾਨਕ ਸਾਹਿਬ ਜੀ ਵਿੱਚ, ਤੇ ਸਾਡੇ ਵਿੱਚ ਕਿੰਨਾ ਹੰਕਾਰ ਹੈ। ਅਸੀਂ ਆਪਣੇ ਆਪ ਨੂੰ ਪਤਾ ਨਹੀਂ ਕੀ ਤੋਪ ਸਮਝਦੇ ਹਾਂ, ਮੇਰੀ ਬੇਇੱਜ਼ਤੀ ਕਰਤੀ। ਸਾਡੀ ਇੱਜ਼ਤ ਹੈ ਵੀ ਹੈ ਕਿ ਬੇਇੱਜ਼ਤੀ ਕਰਤੀ? ਸਾਡੇ 'ਚ ਹੰਕਾਰ ਬਹੁਤ ਹੈ, ਪਰ ਮਾਣਯੋਗ ਵਾਲੇ ਗੁਣ ਨਹੀਂ ਨੇ। ਸਤਿਗੁਰੂ ਜੀ ਕੋਲ ਸਿੱਖੀਏ ਕਿੰਨੀ ਨਿਮਰਤਾ ਹੋਣੀ ਚਾਹੀਦੀ ਹੈ। ਮਾਲਕ ਰਹਿਮਤ ਕਰੇ, ਅਸੀਂ ਇਹਨਾਂ ਬਿਮਾਰੀਆਂ ਤੋਂ ਬਚੀਏ ਜੀ। ਆਓ ਅਗਲਾ ਸ਼ਬਦ ਸਰਵਣ ਕਰੀਏ। असंख नाम असंख धाम, अगम अगम असंख लो। असंख नाम असंख थाम, अगम अगम असंख लो। असंख हैं सिर पार होए, अखरी नाम अखरी साला। अखरी ज्ञान गीत गुण गा। असंख कह सिर पार हुए, अखरी नाम अखरी सालाह। अखरी ज्ञान गीत गुण गाह। अखरी लिखण बोलण बाण, अखरा सिर संजोग वखाण। अखरी लिखण बोलण बाण, अखरा सिर संजोग वखाण। जिन ए लिखे तिस सिर नाहीं, जिव फुरमाए तिव तिव पाहीं। जिन ए लिखे तिस सिर नाहि, जिव फुरमाए तिव तिव पाहि। जेता कीता तेता नाउ, बिन नावै नाही को थाउ। जेता कीता तेता नाउ, बिन नावै नाही को थाउ। कुदरत कवण कहाँ विचार, वार्य न जावा एक बार। कुदरत कावण कहाँ विचार, वार्या न जावा एक बार। जो तुद पावै साई पलिकार, तू सदा सलामत निरंकार। जो तुद भावै साई भलीकार, तू सदा सलामत निरंकार। गुरु सवारिओ, सतगुरु कहते ने भला कितनियां धरतियां ते कितने कु जीव प्रभु ने रचे ਹਨ। मनुख दी किसे बोली विच कोई ऐसा लफज ही नहीं है जो इस कुदरत दा लेखा दख सके। बोली भी रब वल्लों एक दात ही मिली हुई है, पर यह मिली है सिफत सलाह करन वास्ते। आपां सारे ही जानते हैं। ਇਹ ਨਹੀਂ ਹੋ ਸਕਦਾ ਕਿ ਇਸ ਰਾਹੀਂ ਮਨੁੱਖ ਪ੍ਰਭੂ ਦਾ ਜਿਹੜਾ ਹੈ ਉਹ ਅੰਤ ਪਾ ਸਕੇ, ਉਹਦਾ ਪਾਰਾਵਾਰ ਲੱਭ ਸਕੇ। ਬੇਅੰਤ ਹੈ ਉਸ ਦੀ ਕੁਦਰਤ, ਤੇ ਇਸ ਵਿੱਚ ਜਿੱਧਰ ਤੱਕੋ ਉਹ ਆਪ ਹੀ ਆਪ ਮੌਜੂਦ ਨਜ਼ਰ ਆਉਂਦਾ ਹੈ। ਜਿੱਥੋਂ ਤੱਕ ਤੁਹਾਡੀ ਦ੍ਰਿਸ਼ਟੀ ਜਾਂਦੀ ਹੈ, ਦੂਰ ਦੂਰ ਤੱਕ। ਗੁਰਦੇਵ ਕਹਿੰਦੇ ਨੇ, ਜਹਾਂ ਜਹਾਂ ਦੇਖਾਂ ਤਹਾਂ ਜੋਤ ਤੁਮਹਾਰੀ, ਤੇਰਾ ਰੂਪ ਕਨੇਹਾ इकत रूप फिरै परछन्ना, कोय ना किसी जिहा। सब में जोत, जोत है सोए, तिस दै चानण सब में चानण होए। मेरे मालक कहते जिधर पासे तुसी तकोगे हर पासे वो आप ही आप तो मौजूद है। फिर कौन अंदाज़ा ला सकता है कि प्रभु किड्डा वड्डा है ते उसकी रचना किन्नी कु है। गुरदेव पातशाह इस पौड़ी में सानू यही समझाउण दा यतन कर रहे हैं कि भाई असंख नाम असंख थाम, अगम अगम असंख लो। हुण तक असी पढ़ते रहे हैं भी तीन ही जिहड़ा लोक हैगे। हुण देखो इत्थे असंख शब्द वरते आ गुरदेव पातशाह ने। मेरे मालक कहते ने कुदरत दे अनेकां जीवां ते होर बेअंत पदार्थां दे असंखां ही नाम हैगे है, ਤੇ ਅਸੰਖਾਂ ਹੀ ਉਹਨਾਂ ਦੇ ਥਾਂ ਟਿਕਾਣੇ ਹੈ। ਕੋਈ ਇਹ ਤਾਂ ਨਹੀਂ ਸਾਰੇ ਇੱਕੋ ਥਾਂ 'ਤੇ ਰਹਿੰਦੇ ਨੇ, ਕੋਈ ਕਿਸੇ ਥਾਂ 'ਤੇ ਕੋਈ ਕਿਸੇ ਥਾਂ 'ਤੇ। ਕਿੰਨੇ ਟਿਕਾਣੇ ਹੈਗੇ ਕੁਦਰਤ ਵਿੱਚ? ਅਸੰਖਾਂ ਹੀ ਭਵਨ ਹਨ, ਤੇ ਜਿਨ੍ਹਾਂ ਤੱਕ ਮਨੁੱਖ ਦੀ ਪਹੁੰਚ ਨਹੀਂ ਹੋ ਸਕਦੀ। ਪਰ ਜੋ ਮਨੁੱਖ ਕੁਦਰਤ ਦਾ ਲੇਖਾ ਕਰਨ ਵਾਸਤੇ ਸ਼ਬਦ ਵਰਤ ਰਿਹਾ ਅਸੰਖ, ਪਾਤਸ਼ਾਹ ਕਹਿੰਦੇ ਨੇ ਉਹ ਵੀ ਘੱਟ ਹੈ। ਨਹੀਂ ਤੇ ਚੇਤੇ ਰੱਖੋ, ਅਸੰਖ ਕਹਿ सिर भार होए। ये समझ लो सिर उत्ते भार ही है। आओ वो भी भुल करते हैं कि असंख शब्द भी जिहड़ा वो छोटा है।
ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ। ਅਖਰੀ ਦਾ ਅਰਥ ਹੈ ਅੱਖਰਾਂ ਦੀ ਰਾਹੀਂ। ਭਾਵੇਂ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਕਰਨ ਲਈ ਲਫ਼ਜ਼ ਅਸੰਖ ਤਾਂ ਕਿਤੇ ਰਿਹਾ, ਕੋਈ ਵੀ ਸ਼ਬਦ ਕਾਫੀ ਨਹੀਂ ਹੈ, ਪਰ ਅਕਾਲ ਪੁਰਖ ਦਾ ਨਾਮ ਵੀ ਅੱਖਰਾਂ ਰਾਹੀਂ ਲਿਆ ਜਾ ਸਕਦਾ ਹੈ। ਉਹਦੀ ਸਿਫਤ ਸਲਾਹ ਵੀ ਅੱਖਰਾਂ ਰਾਹੀਂ ਕੀਤੀ ਜਾ ਸਕਦੀ ਹੈ। ਅਕਾਲ ਪੁਰਖ ਦਾ ਗਿਆਨ ਵੀ ਅੱਖਰਾਂ ਰਾਹੀਂ ਵਿਚਾਰਿਆ ਜਾ ਸਕਦਾ ਹੈ। ਅੱਖਰਾਂ ਰਾਹੀਂ ਉਸ ਦੇ ਗੀਤ ਅਤੇ ਗੁਣਾਂ ਦੇ ਨਾਲ ਜਿਹੜਾ ਹੈ ਵਾਕਫੀਅਤ ਪੈਦਾ ਕਰ ਸਕਦੇ ਹਾਂ। ਅਤੇ ਉਹ ਅੱਖਰ ਹੀ ਨੇ ਨਾ, ਬੋਲੀ ਦਾ ਲਿਖਣਾ ਅਤੇ ਬੋਲੀ ਵੀ ਅੱਖਰਾਂ ਦੇ ਰਾਹੀਂ। ਕੋਈ ਤਾਂ ਜਾਮਾ ਜਿਹੜਾ ਹੈ ਉਹ ਅੱਖਰਾਂ ਨੂੰ ਪਾਉਣਾ ਹੀ ਪਏਗਾ ਨਾ, ਕੋਈ ਤੇ ਲਫ਼ਜ਼ ਵਰਤਣੇ ਹੀ ਪੈਣਗੇ। ਮੇਰੇ ਮਾਲਕ ਕਹਿੰਦੇ ਨੇ ਅੱਖਰਾਂ ਦੇ ਰਾਹੀਂ ਜੀਵਾਂ ਦੇ ਭਾਗਾਂ ਦਾ ਲੇਖਾ ਵੀ ਜਿਹੜਾ ਹੈ ਉਹ ਲਿਖਿਆ ਜਾਂਦਾ ਹੈ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਤ ਸਿਰ ਨਾਹੀ। ਇਹ ਗੱਲ ਗੁਰਦੇਵ ਪਾਤਸ਼ਾਹ ਜਿਹੜੀ ਗੱਲ ਕਹਿ ਰਹੇ ਨੇ ਕਿ ਭਾਈ ਉਂਝ ਅਕਾਲ ਪੁਰਖ ਦੇ ਜੀਵਾਂ ਦੇ ਸੰਜੋਗ ਤੇ ਇਹ ਅੱਖਰ ਲਿਖੇ ਹਨ, ਪਰ ਉਸ ਸਿਰ ਉੱਤੇ ਕੋਈ ਲੇਖਾ ਨਹੀਂ ਹੈ। ਪਾਓ ਕੋਈ ਮਨੁੱਖ ਅਕਾਲ ਪੁਰਖ ਦਾ ਲੇਖਾ ਜਿਹੜਾ ਹੈ ਉਹ ਨਹੀਂ ਲਿਖ ਸਕਦਾ। ਜਿਸ ਤਰ੍ਹਾਂ ਉਹ ਅਕਾਲ ਪੁਰਖ ਕਰਦਾ ਹੈ ਉਸੇ ਤਰ੍ਹਾਂ ਜੀਵ ਆਪਣੇ ਸੰਜੋਗ ਭੋਗਦੇ ਨੇ। ਜਿਵ ਫਰਮਾਏ, ਜਿਵੇਂ ਉਹ ਹੁਕਮ ਕਰਦਾ ਹੈ, ਤਿਵ ਤਿਵ ਪਾਹੇ, ਉਸੇ ਤਰ੍ਹਾਂ ਜੀਵ ਜਿਹੜੇ ਨੇ ਉਹ ਸੰਜੋਗ ਭੋਗਦੇ ਹੈਗੇ ਆ, ਜੀਵਨ ਬਤੀਤ ਕਰਦੇ ਹੈਗੇ ਆ। ਗੁਰਦੇਵ ਪਾਤਸ਼ਾਹ ਇੱਥੇ ਸਮਝਾ ਰਹੇ ਨੇ ਕਿ ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇਂ ਨਾਹੀ ਕੋ ਥਾਉ। ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਬਣਾਇਆ ਹੈ ਇਹ ਉਸ ਦਾ ਸਰੂਪ ਹੈ। ਅਸੀਂ ਬਾਣੀ ਵੀ ਥਾਂ ਥਾਂ 'ਤੇ ਪੜ੍ਹਦੇ ਹਾਂ, ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਮੇਰੇ ਮਾਲਕ ਕਹਿੰਦੇ ਨੇ ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖਾਲੀ ਨਹੀਂ ਹੈ। ਪਾਓ ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹ ਅਕਾਲ ਪੁਰਖ ਦਾ ਸਰੂਪ ਦਿਸਦਾ ਹੈ। ਸ੍ਰਿਸ਼ਟੀ ਦਾ ਜ਼ਰਾ ਜ਼ਰਾ ਅਕਾਲ ਪੁਰਖ ਦਾ ਜਿਹੜਾ ਹੈ ਉਹ ਰੂਪ ਹੈਗਾ। ਸੋ ਆਓ ਇਸ ਪੌੜੀ ਰਾਹੀਂ ਮੇਰੇ ਮਾਲਕ ਕੀ ਅਗੰਮੀ ਗਿਆਨ ਬਖਸ਼ਿਸ਼ ਕਰ ਰਹੇ ਨੇ ਉਹਨੂੰ ਵੀ ਆਪਾਂ ਵਿਸਥਾਰ ਨਾਲ ਸਮਝਣ ਦਾ ਯਤਨ ਕਰੀਏ ਜੀ। ਮਾਲਕ ਦੀ ਵਡਿਆਈ ਸ਼ੁਰੂ ਹੋਈ ਹੈ ਤੇ ਉਸ ਨੂੰ ਬੇਅੰਤ ਦੱਸਿਆ ਜਾ ਰਿਹਾ ਹੈ। ਹੁਣ ਉਹ ਕਿੰਨਾ ਬੇਅੰਤ ਹੈ ਵੀ ਬੇਅੰਤ ਕਹਿਣ ਤੋਂ ਬਾਵਜੂਦ ਵੀ ਤਸੱਲੀ ਨਹੀਂ ਹੁੰਦੀ ਵੀ ਉਸ ਨੂੰ ਕੁਝ ਕਿਹਾ। ਸਾਡੀ ਭਾਸ਼ਾ ਦੇ ਕੁਝ ਕੀਮਤੀ ਸ਼ਬਦ ਨੇ। ਹੁਣ 2 4 5 6 10 50 ਲੱਖ ਇਹਨਾਂ ਦੀ ਕੁਝ ਕੀਮਤ ਹੈ, ਪਰ ਅਸੰਖ ਇਹਦਾ ਮਤਲਬ ਇੱਥੇ ਭਾਸ਼ਾ ਨੇ ਹੱਥ ਖੜੇ ਕਰ ਦਿੱਤੇ ਵੀ ਨਹੀਂ ਗਿਣੇ ਜਾ ਸਕਦੇ। ਕੁਝ ਸਿਫਤਸਲਾ ਕਰਨੀ ਇਹਦਾ ਮਤਲਬ ਮਾਂ ਕਹਿਣਾ, ਪਿਓ ਕਹਿਣਾ, ਪਿਤਾ ਕਹਿਣਾ, ਬੰਧਵ ਕਹਿਣਾ, ਭਰਾਤਾ ਕਹਿਣਾ, ਕੁਝ ਕਿਹਾ ਜਾ ਰਿਹਾ ਇਹਦਾ ਮਤਲਬ ਮੈਂ ਆਹ ਮਾਣ ਲਿਆ ਤੇਰੇ ਕੋਲੋਂ ਇਹ ਪਿਆਰ। ਪਰ ਰੱਬ ਨੂੰ ਬੇਅੰਤ ਕਹਿਣਾ, ਰੱਬ ਨੂੰ ਅਗੰਮ ਕਹਿਣਾ, ਰੱਬ ਜੀ ਨੂੰ ਅਗੋਚਰ ਕਹਿਣਾ, ਇਹ ਭਾਸ਼ਾ ਦੇ ਕੀਮਤੀ ਤੋਂ ਕੀਮਤੀ ਸ਼ਬਦ ਨੇ ਜਿੱਥੇ ਭਾਸ਼ਾ ਆਪਣੇ ਹੱਥ ਖੜੇ ਕਰਦੀ ਹੈ ਵੀ ਇਹ ਤੋਂ ਜ਼ਿਆਦਾ ਮੈਂ ਹੋਰ ਨਹੀਂ ਬਿਆਨ ਕਰ ਸਕਦੀ। ਹੁਣ ਇੰਨਾ ਕੁਝ ਕਹਿਣ ਦੇ ਬਾਵਜੂਦ ਵੀ ਲੱਗਦਾ ਵੀ ਰੱਬ ਦੀ ਵਡਿਆਈ ਵਾਸਤੇ ਤੇ ਢੁਕਵਾਂ ਸ਼ਬਦ ਹੈ ਨਹੀਂ, ਜਾਂ ਇੰਜ ਕਹਿ ਲਈਏ ਸਾਡੀ ਭਾਸ਼ਾ ਇੰਨੀ ਗਰੀਬ ਹੈ ਕਿ ਇਹਦਾ ਅਮੀਰ ਤੋਂ ਅਮੀਰ ਸ਼ਬਦ ਵੀ ਰੱਬ ਦੀ ਵਡਿਆਈ ਕਰਨ ਦੇ ਲਾਇਕ ਨਹੀਂ ਹੈਗਾ। ਬੇਅੰਤ ਸ਼ਬਦ ਵੀ ਰੱਬ ਦੀ ਵਡਿਆਈ ਵਾਸਤੇ ਐਵੇਂ ਹੈ ਜਿਵੇਂ ਇੱਕ ਬਹੁਤ ਵੱਡਾ ਸ਼ਹਿਨਸ਼ਾਹ ਹੋਵੇ, ਸੁਲਤਾਨ ਹੋਵੇ, ਤੇ ਕੋਈ ਜਾ ਕੇ ਕਹੇ ਮੈਂ ਇਹਦੀ ਵਡਿਆਈ ਕਰਨੀ, ਤੇ ਜਾ ਕੇ ਕਹੇ ਜੀ ਮੀਆਂ ਜੀ, ਤੇ ਦੂਜਾ ਕਿ ਭਲਿਆ ਲੋਕਾ ਉਹ ਸ਼ਹਿਨਸ਼ਾਹ ਹੈ, ਤੂੰ ਮੀਆਂ ਜੀ ਕਹਿ ਰਿਹਾ, ਤੂੰ ਵਡਿਆਈ ਕਰ ਰਿਹਾ ਤੇ ਤੂੰ ਉਹਦਾ ਘਟਾ ਰਿਹਾ ਉਸ ਦਾ। ਬਿਲਕੁਲ ਇਸੇ ਢੰਗ ਦੇ ਨਾਲ ਹੈ ਸਾਡਾ ਕੀਮਤੀ ਤੋਂ ਕੀਮਤੀ ਸ਼ਬਦ ਜੋ ਅਸੀਂ ਰੱਬ ਜੀ ਵਾਸਤੇ ਵਰਤਦੇ ਆ ਨਾ, ਉਹ ਐਵੇਂ ਹੀ ਹੈ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੂੰ ਸੁਲਤਾਨ ਕਹਾਂ ਹੋ ਮੀਆਂ। ਤੇਰੀ ਕਵਨ ਵਡਾਈ
ਤੇਰੀ ਕਵਨ ਵਡਾਈ, ਤੇਰੀ ਕਵਨ ਵਡਾਈ, ਤੇਰੀ ਕਵਨ ਵਡਾਈ। ਵੀ ਸੁਲਤਾਨ ਨੂੰ ਮੀਆਂ ਕਹਿਣ ਨਾਲ ਦੱਸੋ ਤੇਰੀ ਕੀ ਵਡਿਆਈ ਕੀਤੀ? ਅਸੀਂ ਕੁਛ ਵੀ ਨਹੀਂ। ਹੁਣ ਇਸੇ ਕਰਕੇ ਕੁਝ ਸ਼ਬਦ ਨੇ, ਦੇਖੋ ਬਹੁ ਬੇਅੰਤ। ਹੁਣ ਬੇਅੰਤ ਤੇ ਪਹਿਲਾਂ ਹੀ ਆਪਣੇ ਆਪ 'ਚ ਬਹੁਤ ਹੈ ਨਾ, ਪਰ ਤਸੱਲੀ ਨਹੀਂ ਉਹਦੇ ਅੱਗੇ ਸ਼ਬਦ ਤਾਂ ਬਹੁਤ ਜ਼ਿਆਦਾ। ਬਹੁ ਬੇਅੰਤ ਅਤ ਬੜੋ ਗਾਹਰੋ। ਹੁਣ ਬੜੋ ਆਪਣੇ ਆਪ 'ਚ ਹੀ ਵੱਡਾ ਸ਼ਬਦ ਹੈ, ਪਰ ਤਸੱਲੀ ਨਹੀਂ ਹੋਈ ਉਹਦੇ ਅੱਗੇ ਅਤ ਸ਼ਬਦ ਲਗਾਤਾ। ਬਾਣੀ ਵੀ ਤੁਸੀਂ ਪੜ੍ਹ ਕੇ ਵੇਖੋ, ਬਹੁ ਬੇਅੰਤ ਅਤ ਬੜੋ ਗਾਹਰੋ, ਥਾ ਨਹੀਂ ਅਗਹੂਚਾ, ਥਾ ਨਹੀਂ ਅਗਹੂਚਾ, ਥਾ ਨਹੀਂ ਅਗੂਚਾ, ਥਾਨ ਨਹੀਂ ਅਗੂਚਾ। ਤੋਲ ਨਾ ਤੁਲੀਐ ਮੋਲ ਨਾ ਮੁਲੀਐ, ਤੋਲ ਨਾ ਤੁਲੀਐ ਮੋਲ ਨਾ ਮੁਲੀਐ, ਤੋਲ ਨ ਤੁਲੀਐ ਮੋਲ ਨ ਮੁਲੀਐ, ਤੋਲ ਨ ਤੁਲੀਐ ਮੋਲ ਨ ਮੁਲੀਐ। ਅਸੀਂ ਉਹਨਾਂ ਵੱਟਿਆਂ ਦੇ ਨਾਲ ਰੱਬ ਨੂੰ ਮਾਪਣਾ ਚਾਹੁੰਦੇ ਹਾਂ ਜਿਨ੍ਹਾਂ ਵੱਟਿਆਂ ਦੇ ਨਾਲ ਅਸੀਂ ਦੂਜਿਆਂ ਨੂੰ ਮਾਪਦੇ ਹਾਂ। ਦੇਖੋ ਕਿਸੇ ਨੂੰ ਅਸੀਂ ਵਡਿਆਈ ਕਰਦੇ ਹਾਂ, ਰਾਜੇ ਦੀ ਕਹਿੰਦੇ ਵੱਡਾ ਦਾਤਾ ਹੈ, ਉਹੀ ਸ਼ਬਦ ਰੱਬ ਵਾਸਤੇ ਵਰਤਨੇ ਦਾਤਾ ਹੈ। ਤੁਸੀਂ ਤੇ ਬੜੇ ਮਹਾਨ ਹੋ, ਅਸੀਂ ਆਮ ਬੰਦਿਆਂ ਨੂੰ ਕਹਿੰਦੇ, ਉਹੀ ਸ਼ਬਦ ਰੱਬ ਵਾਸਤੇ ਹੀ ਵਰਤ ਲੈਂਦੇ ਹਾਂ। ਸਾਡੇ ਕੋਲ ਕੋਈ ਐਸਾ ਪੱਥਰ ਹੀ ਨਹੀਂ ਹੋਈ, ਪੈਮਾਨਾ ਹੀ ਨਹੀਂ ਤੋਲ ਸਕੀਏ। ਤੋਲ ਨਾ ਤੁਲੀਐ ਮੋਲ ਨਾ ਮੁਲੀਐ, ਕਤ ਪਾਈਐ ਮਨ ਰੂਚਾ, ਕਤ ਪਾਈਐ ਮਨ ਰੂਚਾ, ਕਤ ਪਾਈਐ ਮਨ ਰੂਚਾ, ਕਤ ਪਾਈਐ ਮਨ ਰੂਚਾ। ਸੋ ਪਹਿਲੀ ਗੱਲ ਇਹ ਵੀ ਸਾਡੇ ਕੋਲ ਰੱਬ ਦੀ ਵਡਿਆਈ ਕਰਨ ਵਾਸਤੇ ਕੋਈ ਢੁਕਵਾਂ ਸ਼ਬਦ ਨਹੀਂ ਹੈ। ਪਰ ਦੂਜੀ ਗੱਲ, ਕੀ ਫਿਰ ਬੰਦ ਕਰ ਦਈਏ ਬੋਲਣਾ? ਕਹਿੰਦੇ ਨਹੀਂ। ਇਹ ਉਵੇਂ ਹੀ ਹੈ ਜਿਵੇਂ ਕਿਸੇ ਨੇ ਸ਼ਾਹੂਕਾਰ ਕੋਲੋਂ ਆਪਣਾ ਕੰਮਕਾਰ ਚਲਾਉਣ ਦੇ ਲਈ ਕੁਝ ਰਾਸ਼ੀ ਲੈ ਲਈ, ਰੁਪਇਆ ਪੈਸਾ ਲੈ ਲਿਆ, ਵੀ ਤੁਹਾਨੂੰ ਦੇ ਦੇਵਾਂਗਾ, ਵਿਆਜ ਸਮੇਤ ਦੇ ਦੇਵਾਂਗਾ। ਕੰਮ ਕੀਤਾ ਤੇ ਉਹਦਾ ਦਿਵਾਲਾ ਨਿਕਲ ਗਿਆ, ਕੁਛ ਵੀ ਨਹੀਂ ਰਿਹਾ ਕੋਲ। ਹੁਣ ਇੰਨਾ ਕੁ ਤਾਂ ਉਹ ਇਮਾਨਦਾਰ ਹੋਵੇ ਨਾ ਵੀ ਦਿਵਾਲਾ ਨਿਕਲਣ ਤੋਂ ਬਾਅਦ ਜੋ ਕੁਝ ਬਚਿਆ ਮਾੜਾ ਮੋਟਾ ਉਹ ਸਾਰਾ ਕੁਝ ਲੈ ਕੇ ਜਾ ਕੇ ਸ਼ਾਹੂਕਾਰ ਨੂੰ ਕਹੋ, ਸ਼ਾਹੂਕਾਰ ਜੀ ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਪਤਾ ਹੀ ਹੈ ਦਿਵਾਲਾ ਨਿਕਲ ਗਿਆ, ਮੈਂ ਹੁਣ ਦੇ ਨਹੀਂ ਸਕਦਾ, ਹੁਣ ਆਹੀ ਕੁਛ ਹੈ ਮੇਰੇ ਕੋਲ, ਤੁਸੀਂ ਇਹਨੂੰ ਹੀ ਕਬੂਲ ਕਰ ਲਓ ਕਿਉਂਕਿ ਮੈਂ ਇਹੀ ਦੇ ਸਕਦਾ। ਇਹਦੀ ਸੱਚੇ ਪਾਤਸ਼ਾਹ ਸਾਡੀ ਭਾਸ਼ਾ ਦੇ ਕੋਲ ਆਹੀ ਸ਼ਬਦ ਹੈ। ਅਸੀਂ ਤੇਰੀ ਉਸਤਤ ਵਿੱਚ ਇਹੀ ਤੈਨੂੰ ਭੇਟ ਕਰ ਰਹੇ ਹਾਂ, ਜੋ ਤੇਰੇ ਨਾਮ ਦੀ ਗੱਲ ਹੋਵੇ, ਬਾਣੀ ਦੀ ਗੱਲ ਹੋਵੇ, ਅੱਖਰੀ ਨਾਮ, ਅੱਖਰੀ ਸਾਲਾਹ, ਅੱਖਰੀ ਗਿਆਨ, ਗੀਤ, ਗੁਣ ਗਾਹ। ਅੱਖਰਾਂ ਦਾ ਇਹ ਵਰਤੋਂ ਤਾਂ ਕਰਨੀ ਪਏਗੀ। ਹੁਣ ਜਿਹੋ ਜਿਹੇ ਅੱਖਰ ਸਾਡੇ ਕੋਲ ਹੈਗੇ ਨੇ, ਸੱਚੇ ਪਾਤਸ਼ਾਹ ਤੂੰ ਉਹੋ ਜਿਹੇ ਅੱਖਰ ਜਿਹੜੇ ਨੇ ਉਹ ਕਬੂਲ ਕਰ ਲੈ। ਆਓ ਅਸੀਂ ਇਹ ਗੱਲ ਸਮਝ ਲਈਏ ਕਿ ਰੱਬ ਦੀ ਵਡਿਆਈ ਇਤਨੀ ਬੇਅੰਤ ਹੈ, ਅਸੀਂ ਉਹਦੀ ਉਸਤਤ ਤੇ ਕਰ ਸਕਦੇ ਹਾਂ ਪਰ ਉਹਦਾ ਅੰਤ ਨਹੀਂ ਪਾ ਸਕਦੇ। ਮਾਲਕ ਰਹਿਮਤ ਕਰੇ ਸਾਡੇ ਉੱਤੇ। ਆਓ ਅਗਲੀ ਪੌੜੀ ਦਾ ਪਾਠ ਸਰਵਣ ਕਰੀਏ ਜੀ। ਪਰੀਐ ਹੱਥ ਪੈਰ ਤੰਦੇ, ਪਾਣੀ ਤੋਤੈ ਉਤਰਸ ਖੇ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਓ ਧੋਏ। ਪਲੀਤੀ ਕੱਪੜ ਹੋਏ, ਜੇ ਸਾਬੂਣ ਲਈਐ ਓ ਧੋਏ। ਪਰੀਐ ਮਤ ਪਾਪਾਂ ਕੈ ਸੰਗ, ਓ ਤੋ ਪੈ ਨਾਵੈ ਕੈ ਰੰਗ। ਭਰੀਐ ਮਤ ਪਾਪਾਂ ਕੈ ਸੰਗ, ਓ ਧੋਪੈ ਨਾਵੇਂ ਕੈ ਰੰਗ। ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਹੋ। ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵੋ ਜਾਹੋ। ਗੁਰੂ ਸਵਾਰਿਓ, ਇਸ ਪੌੜੀ ਦੇ ਵਿੱਚ ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ। ਗੁਰਦੇਵ ਕਹਿੰਦੇ ਨੇ ਭਰੀਐ
ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰਸ। ਇਹ ਕਿਸ ਨੂੰ ਨਹੀਂ ਪਤਾ? ਇਹਦੀ ਗੱਲ ਸਾਰਿਆਂ ਨੂੰ ਪਤਾ ਹੈ। ਇਹ ਗੱਲ ਤੇ ਸਾਰਿਆਂ ਨੂੰ ਪਤਾ ਹੈ ਕਿ ਨਹੀਂ? ਤੇ ਹੁਣ ਤਾਂ ਕਰੋਨਾ ਕਾਲ ਵਿੱਚ ਹੋਰ ਵੀ ਜ਼ਿਆਦਾ ਪਤਾ ਲੱਗ ਗਈ ਹੈ। ਜਿਹਨੂੰ ਨਹੀਂ ਵੀ ਪਤਾ ਸੀ ਉਹਨੂੰ ਵੀ ਪਤਾ ਲੱਗ ਗਈ। ਛੋਟੇ ਛੋਟੇ ਨਿਆਣੇ ਤੁਸੀਂ ਵੇਖੋ, ਉਹ ਸਿੱਧੇ ਖੇਡ ਕੇ ਆਣਗੇ ਨਾ, ਪਹਿਲਾਂ ਜਿਹੜਾ ਹੱਥ ਧੋਣ ਵਾਸਤੇ ਭੱਜਦੇ ਨੇ ਵੀ ਹੱਥ ਧੋਈਏ। ਮੇਰੇ ਮਾਲਕ ਸਤਿਗੁਰੂ ਜੀ ਕਹਿੰਦੇ ਨੇ, ਭਾਈ ਜੇ ਤੁਹਾਨੂੰ ਪਤਾ ਹੈ ਨਾ ਇਸ ਗੱਲ ਦਾ, ਗੁਰਦੇਵ ਕਹਿੰਦੇ ਭਾਈ ਕੁਝ ਸਿੱਖ ਲਓ। ਜੇ ਹੱਥ ਪੈਰ ਮੈਲੇ ਹੈਗੇ ਐ, ਲਿਬੜ ਜਾਣ, ਸਰੀਰ ਲਿਬੜ ਜਾਏ, ਜੇ ਹੱਥ ਲਿਬੜ ਜਾਵੇ, ਪੈਰ ਲਿਬੜ ਜਾਵੇ, ਤਨ ਲਿਬੜ ਜਾਵੇ, ਦੇਹੀ ਮਲੀਨ ਹੋ ਜਾਏ, ਤਾਂ ਉਹ ਪਾਣੀ ਨਾਲ ਧੋਤੀ ਜਾ ਸਕਦੀ ਹੈ, ਉਹਦੀ ਖੇ ਉਤਾਰੀ ਜਾ ਸਕਦੀ, ਮਿੱਟੀ ਉਤਾਰੀ ਜਾ ਸਕਦੀ ਹੈ। ਇਹ ਸਾਰਿਆਂ ਨੂੰ ਪਤਾ ਹੈ, ਜਾਣਦੇ ਆ। ਗੁਰਦੇਵ ਪਾਤਸ਼ਾਹ ਅਗਲੀ ਗੱਲ ਕਹਿੰਦੇ ਨੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ। ਇਹ ਵੀ ਸਾਰਿਆਂ ਨੂੰ ਹੀ ਪਤਾ ਹੈ। ਇਹ ਵੀ ਸਾਰਿਆਂ ਨੂੰ ਪਤਾ ਵੀ ਕੱਪੜੇ ਜਿਹੜੇ ਨੇ ਜੇ ਮਲ ਮੂਤਰ ਨਾਲ ਗੰਦੇ ਹੋ ਜਾਣ, ਤੇ ਹੁਣ ਕੰਮ ਕੇਵਲ ਤੋਂ ਕੇਵਲ ਇਹ ਨਹੀਂ ਵੀ ਟੱਬ ਵਿੱਚ ਪਾਣੀ ਵਿੱਚ ਭਿਓਏ ਤੇ ਤਾਰ ਤੇ ਸੁੱਕਣੇ ਪਾ ਦਿੱਤੇ, ਐਸਾ ਤੇ ਕੋਈ ਨਹੀਂ ਕਰਦਾ ਨਾ। ਹੁਣ ਸਾਬਣ ਦੀ ਵਰਤੋਂ ਕਰਨੀ ਪੈਂਦੀ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਵੀ ਕੱਪੜੇ ਮਲੀਨ ਨੇ ਮਲ ਮੂਤਰ ਨਾਲ, ਇਹਨਾਂ ਨੂੰ ਸਾਬਣ ਦੀ ਵਰਤੋਂ ਕਰਕੇ ਧੋ ਦਿਓ। ਪਾਓ ਇੱਕੋ ਜਿਹਾ ਕਨਸੈਪਟ ਨਹੀਂ ਹੈ, ਵੱਖਰੇ ਵੱਖਰੇ ਨੇ। ਤੇ ਸਤਿਗੁਰੂ ਪਾਤਸ਼ਾਹ ਫਿਰ ਜਿਹੜੀ ਤੀਜੀ ਗੱਲ ਤੇ ਪਹੁੰਚਾਉਣਾ ਚਾਹੁੰਦੇ ਨੇ, ਜਿੱਤੇ ਖਾਸ ਧਿਆਨ ਦੇਣਾ ਚਾਹੁੰਦੇ ਨੇ, ਜਿਹਨੂੰ ਲੋਕ ਭੁੱਲੇ ਹੀ ਪਏ ਨੇ, ਪਾਤਸ਼ਾਹ ਕਹਿੰਦੇ ਨੇ ਭਈ ਇਸ ਗੱਲ ਵੱਲ ਧਿਆਨ ਦਿਓ ਕਿ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਤੇ ਹੁਣ ਜੇ ਹੱਥ ਪੈਰ ਮੈਲੇ ਸੀ, ਪਾਣੀ ਨਾਲ ਧੋਤੇ ਗਏ, ਕੱਪੜੇ ਸਾਬਣ ਨਾਲ ਧੋਤੇ ਗਏ, ਤੇ ਹੁਣ ਮਲੀਨ ਮਤ, ਤੇ ਉਹ ਮਲੀਨ ਵੀ ਚੰਗੀ ਚੋਖੀ ਹੋਈ ਪਈ ਹੈ, ਜਿਹਨੂੰ ਕਹਿੰਦੇ ਬਹੁਤ ਜ਼ਿਆਦਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਜਨਮਾਂ ਜਨਮਾਂਤਰਾਂ ਦੀ ਕਾਲਾ ਹੋਆ ਸਿਆਹ। ਪਾਤਸ਼ਾਹ ਕਹਿੰਦੇ ਬਿਲਕੁਲ ਕਾਲਾ, ਐਨ ਚੰਗੀ ਤਰ੍ਹਾਂ। ਤੇ ਪਾਤਸ਼ਾਹ ਕਹਿੰਦੇ ਨੇ ਫੇਰ ਇਹਨੂੰ ਧੋਣ ਵਾਸਤੇ ਉਹ ਧੋਪੈ ਨਾਵੇਂ ਕੈ, ਨਾਮ ਦੇ ਪਿਆਰ ਵਿੱਚ ਇਹਨੂੰ ਧੋਤਿਆ ਜਾ ਸਕਦਾ ਸੀ। ਤੇ ਇਹਦੀ ਵਰਤੋਂ ਕੀਤੀ ਕਿ ਨਹੀਂ ਕੀਤੀ? ਪਾਣੀ ਦੀ ਸਭ ਨੇ ਵਰਤੋਂ ਕੀਤੀ, ਸਾਬਣ ਦੀ ਵਰਤੋਂ ਕਿਸੇ ਨੇ ਕੀਤੀ, ਪਰ ਨਾਮ ਦੀ ਵਰਤੋਂ ਉਹ ਕਿਸੇ ਟਾਵੇਂ ਟਾਵੇਂ ਨੇ ਕੀਤੀ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੀਤੀ ਨਹੀਂ, ਕਿਸੇ ਟਾਵੇਂ ਟਾਵੇਂ ਨੇ ਕਰ ਲਈ। ਜਿਹਨੇ ਧੋ ਲਈ ਉਹ ਉਜਲਾ ਹੋ ਗਿਆ, ਤੇ ਜਿਹਨੇ ਨਹੀਂ ਧੋਪੀ ਉਹ ਉਸੇ ਤਰ੍ਹਾਂ ਮਲੀਨ ਹੀ ਰਿਹਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਪੁੰਨੀ ਪਾਪੀ ਆਖਣ ਨਾਹੀ। ਮਤਾਂ ਸਮਝ ਲੈਣਾ ਕਿ ਚੰਗਿਆਈਆਂ ਤੇ ਬੁਰਾਈਆਂ ਕੇਵਲ ਆਖਣ ਵਾਸਤੇ ਹੀ ਨੇ। ਨਹੀਂ ਨਹੀਂ ਨਹੀਂ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਹਨਾਂ ਦਾ ਲੇਖਾ ਜੋਖਾ ਹੋਣਾ, ਵਿਚਾਰ ਚਰਚਾ ਹੋਏਗੀ। ਕੇਵਲ ਪੁੰਨੀ ਜਾਂ ਪਾਪੀ ਮੇਰਾ ਨਾਮ ਹੀ ਨਹੀਂ ਹੈ, ਕਹਿਣ ਮਾਤਰ ਨਾਮ ਤਰੀਕ ਨਹੀਂ ਹੈ ਇਹ ਗੱਲਾਂ। ਪਾਤਸ਼ਾਹ ਕਹਿੰਦੇ ਨੇ ਨਿਰਾ ਕਹਿਣ ਮਾਤਰ ਨਹੀਂ ਹੈ, ਸੱਚਮੁੱਚ ਹੀ ਤੂੰ ਜਿਹੋ ਜੇ ਕਰਮ ਕਰੇਗਾ ਤੇਹੋ ਜੇ ਸੰਸਕਾਰ ਆਪਣੇ ਅੰਦਰ ਜਿਹੜਾ ਉਹ ਪੈਦਾ ਕਰ ਲਵੇਂਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਕਰ ਕਰ ਕਰਨਾ ਲਿਖ ਲੈ ਜਾਓ। ਇਹ ਆਪੇ ਹੀ ਲਿਖ ਰਿਹਾ, ਤੂੰ ਆਪਣਾ ਲੇਖਾ ਜੋਖਾ, ਆਪਣੇ ਕਰਮਾਂ ਦਾ ਲੇਖਾ ਜੋਖਾ ਆਪੇ ਹੀ ਕਰਦਾ ਪਿਆ। ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵੋ ਜਾ। ਪਾਤਸ਼ਾਹ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭਾਈ ਚੇਤੇ ਰੱਖ ਕਿ ਜੇ ਤੇਰੇ ਸੰਸਕਾਰ ਚੰਗੇ ਮੰਦੇ ਲਿਖੇ ਜਾ ਰਹੇ ਨੇ, ਜੋ ਕੁਝ ਤੂੰ ਆਪੇ ਬੀਜੇਗਾ ਉਸ ਦਾ ਫਲ ਆਪ ਹੀ ਖਾਵੇਂਗਾ। ਜੇਹਾ ਬੀਜੈ ਤੇਹਾ ਲੂਣੇ, ਕਰਮਾ ਸੰਦੜਾ ਖੇਤ। ਇਹ ਦੂਜੇ ਨੇ ਨਹੀਂ, ਇਹ ਤੂੰ ਆਪ ਹੀ ਵੱਢਣੇ ਹੈ। ਆਪਣੇ ਬੀਜੇ ਅਨੁਸਾਰ ਅਕਾਲ ਪੁਰਖ ਦੇ ਹੁਕਮ ਵਿੱਚ ਜਨਮ ਮਰਨ ਦੇ ਗੇੜ ਅੰਦਰ ਤੂੰ ਪਿਆ ਰਵੇਂਗਾ। ਇਹ ਤੇਰੇ ਆਪਣਾ ਹੀ ਜਿਹੜਾ ਹੈ ਕਰਮਾਂ ਦਾ ਦੋਸ਼ ਹੋਵੇਗਾ। ਇਸ ਕਰਕੇ ਇਹ ਪੱਕੀ ਗੱਲ ਸਮਝ ਲਓ ਕਿ ਦੱਦੈ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੈ
ਆਵਰਜਨ। ਆਓ ਇਸ ਨੂੰ ਹੋਰ 2-4 ਮਿੰਟਾਂ ਵਿੱਚ ਵੀਰ ਜੀ ਪਾਸੋਂ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਜੀ। ਪਾਣੀ ਬੇਬਸ ਹੈ ਇੱਕ ਗੰਦੇ ਹੋਏ ਕੱਪੜੇ ਨੂੰ ਸਾਫ਼ ਕਰਨ ਲਈ, ਉਹਨੂੰ ਸਹਾਇਤਾ ਚਾਹੀਦੀ ਹੈ ਸਾਬਣ ਦੀ। ਕੱਲਾ ਪਾਣੀ ਤਾਂ ਕੱਪੜੇ ਦੀ ਗੰਦਗੀ ਨਹੀਂ ਲਾ ਸਕਦਾ। ਅਸੀਂ ਆਪਣੇ ਮਨ ਦੀ ਗੰਦਗੀ ਲਾਉਣ ਵਾਸਤੇ ਤੀਰਥਾਂ ਤੇ ਦੌੜੇ ਫਿਰਦੇ ਹਾਂ, ਉਹ ਪਾਣੀ ਨਾਲ ਸਾਫ਼ ਕਰਨ ਦਾ ਯਤਨ ਕਰਦੇ ਹਾਂ। ਹਜ਼ੂਰ ਕਹਿੰਦੇ ਨਹੀਂ, ਅਸੀਂ ਪਾਣੀ ਨਾਲ ਤੇ ਬਹੁਤ ਸੰਬੰਧ ਜੋੜਿਆ, ਆਪਾਂ ਬਾਣੀ ਨਾਲ ਨਹੀਂ ਸੰਬੰਧ ਜੋੜ ਸਕੇ। ਧਾਰਮਿਕ ਸਥਾਨਾਂ ਤੇ ਜਾਓ, ਪਰ ਉੱਥੇ ਕੀ ਸੁਨੇਹਾ ਦਿੱਤਾ ਮੇਰੇ ਮਾਲਕ ਨੇ, ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਆਓ, ਤਾਂ ਗੱਲ ਬਣਨੀ ਹੈ। ਫਿਰ ਨਾਲ ਇੱਥੇ ਗੱਲ ਕੀਤੀ ਕਿ ਪੁੰਨੀ ਤੇ ਪਾਪੀ ਖਾਲੀ ਕਹਿਣ ਦੀ ਗੱਲ ਥੋੜ੍ਹਾ, ਕਹਿਣ ਨਾਲ ਕੌਣ ਪੁੰਨੀ ਹੋ ਜਾਂਦਾ ਹੈ। ਬੜਾ ਵੱਡਾ ਪੁੰਨੀ ਹੈ ਜੀ, ਬੜਾ ਵੱਡਾ ਪੁੰਨੀ ਹੈ ਜੀ, ਬੜਾ ਮਹਾਨ ਦਾਨੀ ਹੈ, ਕਹਿਣ ਦੇ ਨਾਲ ਹੋ ਜਾਏਗਾ? ਉਹ ਕਹਿਣ ਦੇ ਨਾਲ ਕੋਈ ਪਾਪੀ ਵੀ ਨਹੀਂ ਹੁੰਦਾ। ਉਹ ਤਾਂ ਪਾਪੀ ਹੈ ਜੀ, ਉਹ ਤੇ ਪਾਪੀ ਹੈ, ਸਾਰੇ ਕਹਿਣ ਲੱਗ ਪਓ ਸਾਡੇ ਕਹਿਣ ਨਾਲ ਉਹ ਪਾਪੀ ਹੋ ਚੱਲਿਆ। ਨਹੀਂ, ਕਿਵੇਂ ਹੋਏਗਾ? ਕੁਝ ਕਰਨਾ ਪਏਗਾ ਉਸਨੂੰ। ਚੰਗਾ ਕੰਮ ਕਰੇਗਾ ਤਾਂ ਪੁੰਨੀ ਹੋਏਗਾ, ਮਾੜਾ ਕੰਮ ਕਰੇਗਾ ਤਾਂ ਪਾਪੀ ਹੋਏਗਾ। ਦੇਖੋ ਇਹਨੂੰ ਇੱਦਾਂ ਸਮਝ ਲਈਏ, ਮੈਂ ਕਹਾਂ ਕੱਪੜਾ ਗੰਦਗੀ, ਕੱਪੜਾ ਗੰਦਗੀ, ਤੇ ਫਿਰ ਕਹਾਂ ਜਾ ਜਾ ਕੇ ਦੇਖਿਆ ਕੱਪੜਾ ਗੰਦਾ ਹੋ ਗਿਆ। ਮੇਰੇ ਕਹਿਣ ਦੇ ਨਾਲ ਗੰਦਗੀ ਤੇ ਕੱਪੜਾ ਕੀ ਕੱਪੜਾ ਗੰਦਾ ਹੋ ਜਾਏਗਾ? ਨਹੀਂ ਨਾ। ਉਹ ਤਾਂ ਗੰਦਾ ਹੋਏਗਾ ਜੇ ਉਸ ਕੱਪੜੇ ਨੂੰ ਗੰਦ ਦੇ ਉੱਤੇ ਸੁੱਟਿਆ ਜਾਏਗਾ, ਗੰਦ ਉਹਦੇ ਵਿੱਚ ਵੜੇਗਾ ਤਾਂ। ਤੇ ਗੰਦਾ ਹੋਇਆ ਕੱਪੜਾ ਸਾਫ਼ ਵੀ ਨਹੀਂ ਹੋਣ ਲੱਗਾ। ਮੈਂ ਕਹਾਂ ਪਾਣੀ, ਸਾਬਣ, ਕੱਪੜਾ, ਗੰਦਗੀ ਬਾਹਰ, ਪਾਣੀ, ਸਾਬਣ, ਭਾਵੇਂ 1000 ਵਾਰੀ ਕਹਾਂ, ਕੀ ਕੱਪੜਾ ਸਾਫ਼ ਹੋ ਜਾਏਗਾ? ਨਹੀਂ ਹੋਏਗਾ। ਪਰ ਤੁਸੀਂ ਵੇਖੋ, ਆਪਾਂ ਧਰਮ ਦੀ ਦੁਨੀਆ 'ਚ ਖਾਲੀ ਕਹੀ ਹੋ ਜਾਂਦੇ ਹਾਂ, ਬਸ ਕਰਦੇ ਕੁਛ ਵੀ ਨਹੀਂ। ਕਹਿਣ ਦੇ ਨਾਲ ਆਪਾਂ ਧਰਮੀ ਬਣ ਜਾਵਾਂਗੇ? ਨਹੀਂ ਨਹੀਂ, ਭਾਈ ਗੁਰਦਾਸ ਸਾਹਿਬ ਜੀ ਨੇ ਸਾਫ਼ ਗੱਲ ਕਹਿ ਦਿੱਤੀ, ਖਾਂਡ ਖਾਂਡ ਕਹਿ ਜੇਬਾ ਨਾ ਸਵਾਦ ਮਿੱਠੋ ਆਵੇ। ਖੰਡ ਖੰਡ ਕਹੀ ਜਾਣ ਦੇ ਨਾਲ ਤੁਹਾਡੀ ਜ਼ੁਬਾਨ ਮਿੱਠੀ ਕੋਈ ਨਹੀਂ ਹੋਣੀ। ਅਗਨ 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 ਕਹਿ ਸੀਤ ਨਾ ਵਿਨਾਸ਼ ਹੈ। ਅੱਗ 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 ਕਹੀ ਜਾਓ ਤੇ ਫਿਰ ਕੋ ਮੇਰੀ ਠੰਡ ਤਾਂ ਦੂਰ ਨਹੀਂ ਹੋ ਰਹੀ, ਮੈਂ ਅੱਗ ਕਹਿਣਾ ਪਿਆ, ਮੈਨੂੰ ਗਰਮਾਇਸ਼ ਮਿਲੇ। ਕਹਿਣ ਦੇ ਨਾਲ ਨਹੀਂ ਠੰਡ ਦੂਰ ਹੋਣੀ, ਉਹਦੇ ਲਈ ਅੱਗ ਬਾਲਣੀ ਪੈਣੀ ਹੈ, ਉਹਦੇ ਲਈ ਖੰਡ ਖਾਣੀ ਪੈਣੀ ਹੈ ਜੇ ਆਪਾਂ ਜ਼ੁਬਾਨ ਮਿੱਠੀ ਕਰਨੀ ਚਾਹੁੰਦੇ ਹਾਂ। ਵੈਦ ਵੈਦ ਕਹਿ, ਖਾਲੀ ਵੈਦ ਵੈਦ ਕਹੀ ਜਾਓ, ਵੈਦ ਵੈਦ ਕਹਿ ਰੋਗ ਮਿਟਤ ਨਾ ਕਾਹੂ ਕੋ। ਹੁਣ ਕਿਸੇ ਨੂੰ ਕਿਹੜਾ ਰੋਗ, ਕਿਸੇ ਨੂੰ ਕਿਹੜਾ ਰੋਗ, ਮੰਜੇ ਤੇ ਪਿਆ, ਡਾਕਟਰ 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 ਕਰੀ ਜਾਏ, ਭਾਵੇਂ 20 ਦਿਨ ਕਰੇ, ਬਿਮਾਰੀ ਤਾਂ ਨਹੀਂ ਦੂਰ ਹੋਣੀ ਉਸ ਦੀ। ਉਦੋਂ ਦੂਰ ਹੋਣੀ ਹੈ ਜਦੋਂ ਡਾਕਟਰ ਨਾਲ ਮਿਲਾਪ ਹੋਣਾ, ਉਹਦੇ ਕਹੇ ਅਨੁਸਾਰ ਉਹ ਕੁਝ ਖਾਏਗਾ, ਦਵਾਈ ਖਾਏਗਾ। ਦਰਬ ਦਰਬ ਕਹਿ ਕੋ ਦਰਬੈ ਨਾ ਬਿਲਾਸ ਹੈ। ਇੱਕ ਜਿਹਦੇ ਕੋਲ ਪੈਸਾ ਨਹੀਂ, ਉਹ ਪੈਸਾ 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 ਕਰੀ ਜਾਏ, ਫਿਰ ਤਿਜੋਰੀ ਵੇਖੇ ਭਰ ਗਈ। ਇੱਦਾਂ ਨਹੀਂ ਕਿਸੇ ਨੂੰ ਦਰਬ ਮਿਲਦਾ। ਉਹਦੇ ਵਾਸਤੇ ਉਹਨੂੰ ਕੋਈ ਨਾ ਕੋਈ ਮਿਹਨਤ ਜਿਹੜੀ ਹੈਗੀ ਆ ਉਹ ਕਰਨੀ ਪੈਣੀ ਹੈ। ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਬਾਸ ਬਾਸ। ਚੰਦਨ ਚੰਦਨ ਘਰ ਵਿੱਚ ਕਹੋ ਵੀ ਘਰ ਦੀ ਬੋ ਦੂਰ ਹੋ ਜਾਏ। ਮੈਂ ਤਾਂ ਚੰਦਨ ਚੰਦਨ ਕਹਿ ਰਿਹਾ, ਖੁਸ਼ਬੂ ਹੋ ਜਾਏਗੀ। ਕਹਿਣ ਦੇ ਨਾਲ ਤੇ ਖੁਸ਼ਬੂ ਨਹੀਂ ਨਾ ਹੁੰਦੀ। ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ। ਚੰਦਰਮਾ ਚੰਦਰਮਾ ਕਹਿਣ ਦੇ ਨਾਲ ਸਾਡੇ ਘਰ 'ਚ ਚਾਨਣ ਆ ਜਾਏਗਾ? ਨਹੀਂ ਆਏਗਾ। ਉਹਦੇ ਲਈ ਸਾਨੂੰ ਕੁਝ ਨਾ ਕੁਝ ਇੰਤਜ਼ਾਮ ਕਰਨਾ ਪਏਗਾ। ਇਸੇ ਤਰ੍ਹਾਂ ਫਿਰ ਅਖੀਰ ਵਿੱਚ ਗੱਲ ਕਹੀ, ਤੈਸੇ ਗਿਆਨ ਗੋਸ਼ਟ ਕਰਤ। ਗਿਆਨ ਦੀਆਂ ਗੱਲਾਂ ਘੱਟ ਨਹੀਂ ਸਾਡੇ ਕੋਲ ਹੈਗੀਆਂ। ਕਿਸੇ ਕੋਲ ਬੈਠੋ, ਅੱਧਾ ਘੰਟੇ ਦਾ ਲੈਕਚਰ ਕੋਈ ਵੀ ਦੇ ਦੇਗਾ। ਇਉਂ ਨਹੀਂ, ਇਉਂ ਹੁੰਦਾ, ਇਹਨੂੰ ਧਰਮ ਕਹਿੰਦੇ ਹੈ। ਜਿਹਨੂੰ ਨਹੀਂ ਵੀ ਆਉਂਦਾ ਉਹ ਵੀ ਦੱਸਣ ਲੱਗ ਪੈਂਦਾ। ਨਹੀਂ ਦੱਸਦੇ ਕੀ? ਜਦੋਂ ਸਮਾਗਮ ਹੁੰਦੇ ਨੇ ਕਈ, ਆ ਨਹੀਂ ਆ ਸੱਜਾ ਪੈਰ ਬਾਹਰ ਕੱਢੋ, ਨਹੀਂ ਨਹੀਂ ਆ ਇੱਦਾਂ ਕਰਨਾ ਹੈ, ਆ ਇੱਧਰ ਮੂੰਹ ਨਹੀਂ ਕਰਨਾ, ਇੱਧਰ ਨੂੰ ਮੂੰਹ ਕਰਕੇ ਐਂ ਕਰਨਾ। ਕਿੰਨੇ ਆ ਜਾਂਦੇ ਸਮਝਾਉਣ ਵਾਸਤੇ। ਧਰਮ ਗ੍ਰੰਥੀ ਸਿੰਘ ਤਾਂ ਪਿੱਛੇ ਹੀ ਖੜੇ ਰਹਿ ਜਾਂਦੇ ਵਿਚਾਰੇ, ਉਹਨਾਂ ਕੋਲ ਤਾਂ ਕੋਈ ਪੁੱਛਦਾ ਹੀ ਨਹੀਂ। ਪਹਿਲੇ ਗਿਆਨਵਾਨ ਬਹੁਤ ਹੁੰਦੇ ਕਰਮ ਕਾਂਡ ਕਰਾਉਣ ਵਾਲੇ। ਆ ਕਲੀਰਾ ਰਹਿ ਗਿਆ, ਆ ਫਲਾਣਾ ਰਹਿ ਗਿਆ, ਢਿੰਗਣਾ ਰਹਿ ਗਿਆ, ਨਹੀਂ ਟਿੱਕਾ ਤਾਂ ਲਾਇਆ ਹੀ ਨਹੀਂ ਤੁਸੀਂ, ਕਾਲੇ ਰੰਗ ਦਾ, ਕਿ ਨਜ਼ਰ ਹੀ ਨਾ ਲੱਗ ਜਾਏ। ਥੋੜ੍ਹੇ ਕਿਤੇ ਗਿਆਨ ਦੇਣ ਵਾਲੇ ਪੁੱਠੇ ਸਿੱਧੇ। ਇਹ ਤੇ ਪੁੱਠੇ ਸਿੱਧੇ ਹੈ ਨਾ। ਜੇ ਆਪਾਂ ਸੱਚੀ ਮੁੱਚੀ ਅਰਥ ਜਿਵੇਂ ਅਸੀਂ ਕਰ ਰਹੇ ਹਾਂ, ਐਵੇਂ ਖਾਲੀ ਅਰਥ ਕਰੀ ਜਾਈਏ, ਸਹੀ ਅਰਥ ਵੀ ਕਰੀ ਜਾਈਏ, ਪਰ ਧਾਰਨ ਕੁਛ ਵੀ ਨਾ ਕਰੀਏ। ਤੈਸੇ ਗਿਆਨ ਗੋਸ਼ਟ ਕਰਤ
ਨਾ ਰਹਿਤ ਭਾਵੈ। ਇਹਦਾ ਰਹਿਣੀ ਨਹੀਂ ਆਉਣੀ, ਰਹਿਣੀ ਲਈ ਕੁਝ ਕਰਨਾ ਪੈਣਾ ਹੈ। ਕਰਨੀ ਪ੍ਰਧਾਨ, ਇੱਥੇ ਕਰਨੀ ਪ੍ਰਧਾਨ ਹੈ, ਕਹਿਣੀ ਪ੍ਰਧਾਨ ਨਹੀਂ ਹੈਗੀ। ਪੁੰਨੀ ਪਾਪੀ ਆਖਣ ਨਾ ਏ, ਕਹਿਣ ਦੀ ਗੱਲਾਂ ਨਹੀਂ ਹੈਗੀਆਂ, ਕੁਝ ਕਰਨਾ ਪੈਣਾ। ਕਰ ਕਰ ਕਰਨਾ ਪੈਣਾ। ਜਿਹੋ ਜਿਹਾ ਕੰਮ ਕਰਾਂਗੇ ਉਹ ਜੇ ਅਸੀਂ ਕਹਾਂਗੇ। ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ, ਮਾਲਕ ਰਹਿਮਤ ਕਰੇ। ਅਸੀਂ ਵੀ ਖਾਲੀ ਗੱਲਾਂ ਹੀ ਨਾ ਕਰੀ ਜਾਈਏ, ਅਸੀਂ ਵੀ ਜੋ ਬਾਣੀ ਸਾਨੂੰ ਸਮਝਾ ਰਹੀ ਹੈ ਉਸ ਅਨੁਸਾਰੀ ਜੀਵਨ ਬਤੀਤ ਕਰਕੇ ਹੀ ਗੁਰਸਿੱਖ ਕਹਾ ਸਕਦੇ ਹਾਂ। ਮਾਲਕ ਰਹਿਮਤ ਕਰੇ, ਅਸੀਂ ਗੁਰਸਿੱਖ ਬਣਨ ਦੇ ਮਾਰਗ ਉੱਤੇ ਤੁਰੀਏ ਜੀ। ਹੋਈਆਂ ਅਨੇਕ ਭੁੱਲਾਂ ਲਈ ਦਾਸ ਖਿਮਾ ਦੇ ਜਾਚਕ ਹਨ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।